ਪਿਆ ਪ੍ਰੇਮ ਲੱਗਾ। ਮੇਰੇ ਨਾਲ ਬਾਪੂ ਸਾਹਿਬ ਸਿੰਘ ਜੀ ਹੁੰਦੇ ਸੀ। ਮੈਂ ਕਿਹਾ ਬਾਪੂ ਜੀ ਇਹ ਤੇ ਪਹਿਲਾਂ ਹੀ ਨਹੀਂ ਮੁੱਕਦੀ ਪਈ। ਇਹ ਕਹਿੰਦਾ ਵੱਧ ਸੁੱਖ ਰੰਨੜੀਏ, ਜੇ ਵੱਧ ਗਈ ਤੇ ਫਿਰ ਕੀ ਕਰਾਂਗੇ। ਉਹਨੂੰ ਪ੍ਰੇਮ ਸੀ, ਮੈਨੂੰ ਪ੍ਰੇਮ ਨਹੀਂ ਸੀ। ਜਿਹੜਾ ਗਾ ਰਿਹਾ ਸੀ ਨਾ ਉਹਨੂੰ ਪ੍ਰੇਮ ਸੀ। ਉਹ ਪ੍ਰੇਮ ਵਿੱਚ ਕਹਿ ਰਿਹਾ ਸੀ ਵੱਧ ਸੁੱਖ ਰੰਨੜੀਏ ਪਿਆ ਪ੍ਰੇਮ ਲੱਗਾ। ਇਹ ਸੁੱਖ ਦੀ ਰਾਤ ਤੂੰ ਵੱਧ ਜਾ, ਮੇਰਾ ਪਿਆਰੇ ਨਾਲ ਪ੍ਰੇਮ ਆ, ਇੰਨੀ ਵੱਧ ਜਾ ਵੀ ਮੈਂ ਉਹਦੇ ਨਾਲ ਮਿਲਾਪ ਹੋ ਜਾਵੇ ਮੇਰਾ। ਘੱਟ ਦੁੱਖ ਨੀਂਦੜੀਏ ਪਰਸੋਂ ਸਦਾ ਪੱਗਾ। ਜਿਹੜਾ ਆਲਸ ਹੈ ਨੀਂਦ ਆ ਇਹ ਘਟੇ। ਉਹ ਬੇਨਤੀ ਕਰਦਾ ਘਟ ਜਾ ਤੂੰ, ਮੈਂ ਸਦਾ ਹੀ ਉਹਦੇ ਚਰਨਾਂ ਨਾਲ ਜੁੜਿਆ ਰਹਾਂ। ਵਿਛੋੜਾ ਹੀ ਤਾਂ ਜ਼ਿੰਦਗੀ ਦਾ ਜਿਹੜਾ ਮੂਲ ਦੁੱਖਾਂ ਦਾ ਕਾਰਨ ਹੈ, ਉਹ ਵਿਛੋੜਾ ਹੀ ਤਾਂ ਹੈ। ਵਿਛੋੜਾ ਸੁਣੇ ਦੁੱਖ ਬਿਨ ਡਿੱਠੇ ਮਰਿਓਦ, ਬਾਜੂ ਪਿਆਰੇ ਆਪਣੇ ਬਿਰਹੀ ਨਾ ਤਿਰੋਦ। ਇਹੀ ਤੇ ਦੁੱਖ ਹੈ, ਵਿਛੜੇ ਆ ਅੱਜ ਦੇ ਥੋੜੇ। ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਲੋਭ ਧਰੋ। याहू जुक्त बिहाने कई जन्म, कई नहीं कई जन्म। लंबा करके देखो, अनंत काल विछोड़े का दुख सह रहे। हर मनुख आनंद की भाल च है। कोई विकार कर रहा है ना, विकारी है वो भी उथों आनंद लभदा पिया। कोई निरंकारी है वो भी उथों की लभ रहा। तुसी की लभ रहे हो? आनंद मिले। टेक जाओ टेक जाओ टेक जाओ। वाहिगुरु वाहिगुरु। रस नहीं आना, मेरी एकाग्रता नहीं होनी तो मैनू कुछ आना नहीं, तो मैं थानू की दे देना। फिर जिन चिर एकाग्रता नहीं है कोई रस नहीं है। रस नहीं है तो रस मैनू सुके गन्ने नू की करना है? साड़ना ही है। किहड़े काम आना है? जे रस नहीं हैगा तो किहड़े काम आएगा? सालन बालन ते साढ़े को रस नहीं है। तो बिन रस राते मुक्त ना होई। जे तुसी कदे पढ़िया होवे रस नूं ध्यान नाल, जिन हर 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 रस ते भागहीन। किहदी कहानी है? आ गया रस, हर रस आ गया। तो फिर नहीं आया तो अजे तो फिर जमा दी मार च ही आ ना। बूंद मिलनी चाहिए सी ना। बोलियो मन तन होयो हरिया एक बूंद जन पाई। वर न साकूं उस्तता की कीमत कह न जाई। आमे आमे हर रस है मीठ। हाय मिल संत जना मुख पावे। आमे आमे हर रस है मीठा। मिल संत जना मुख पावे। संगत च मिल के अपने मुंह च अमृत रस पीवे। अमृत पीवोगे तो मुक्त होवोगे ना। जो तुसी छकिया वो खंडे बाटी की पाओ लिया है, वह नाम असी रख लिया अमृत छक लिया। अमृत छक लिया, नाम जपन की की लोड़ है? वह पीवो पहोल खंड तार होए। पहोल लईए तुसी पंजा प्यारियां कोलों। दाखला लिया है यूनिवर्सिटी च गुरु नानक दी। गुरु नानक दे घर च दाखला लिया तुसी। अजे पढ़ाई तो करनी है, अजे तो पढ़ाई शुरू हुई है, दाखला लिया है। तो जिन्हें कहता भी हाँ जी अमृत छक लिया जी, वो कहता मैं छक लिया। अमृत छक लिया, नाम जपन की लोड़ है? अमृत अंदर है। किन्ना अमृत अंदर? अंतर खूटा अमृत भरिया शब्दे काट पिया पनहारी। अंदर खूह अमृत दा, ये शब्द दे डोल नाल वाह गुरु गुरु इहदे नाल कढ के पीना आ। ते इहदे लई सब तो उत्तम समा किहड़ा आ? अमृत वेला। हुण कोई इस वेले उठ के पढ़े जपजी साहब ते कहे अमृत वेला सच नाम वडियाई विचार। 10 वजे पढ़दा होवे जपजी साहब ते अमृत वेला, वो तो कदों दा लंघ गया। हुण तां सारे पशु पंछी मझां भी उठ पईआं। तो जब तक थानू कीमत नहीं अमृत वेले की पता, जिन्होंने पता से उन्होंने लिख भी दिता फरीदा
ਪਿਛਲ ਰਾਤ ਨਾ ਜਾਗਿਓ, ਪਤਾ ਤੁਹਾਨੂੰ, ਪਰ ਆਪਣੇ ਤੇ ਭਲਾਈ ਨਹੀਂ ਕੀਤਾ। ਮੈਂ ਸੁੱਤਾ ਵਾਂ ਤੇ ਮੈਂ ਕਹਾਂ ਨਾ ਤੂੰ ਤੇ ਮੋਇਆ ਹੀ ਹੈ, ਜਿਉਂਦਾ ਥੋੜਾ। ਬਾਬਾ ਫਰੀਦ ਕਹਿੰਦਾ ਤੂੰ ਤੇ ਮਰਿਆ ਹੀ ਹੈ, ਜਿਉਂਦਾ ਥੋੜਾ। ਤੂੰ ਤੇ ਉੱਠਿਆ ਹੀ ਨਹੀਂ ਪਿਛਲੀ ਰਾਤ ਨੂੰ। ਜਦੋਂ ਤੀਰ, ਮੈਂ ਕੱਲ ਵੀ ਕਿਹਾ ਸੀ, ਜਦ ਤੀਰ ਲੱਗਾ ਨਹੀਂ ਨਾ ਜੇ ਲੱਗ ਗਿਆ ਫਿਰ ਨੀਂਦ ਕਿੱਥੇ? ਹਰ ਬਿਨ ਨੀਂਦ ਭੂਖ ਕਹੋ ਕੈਸੀ, ਕਾਪੜ ਤਨ ਨਾ ਸੁਖਾਵੇ। ਗੁਰੂ ਨਾਨਕ ਸਾਹਿਬ ਨੂੰ ਪੁੱਛੋ, ਨਾਨਕ ਮਿਲੋ। ਗੁਰੂ ਨਾਨਕ ਸਾਹਿਬ ਕਹਿੰਦੇ ਆ ਮਿਲ ਮੈਨੂੰ। ਕਪਟ ਦਰ ਖੋਲੋ, ਬੱਜਰ ਕਪਾਟ ਖੋਲੋ। ਇੱਕ ਘੜੀ ਖਟਮਾਸਾ, ਮੇਰੀ ਇੱਕ ਇੱਕ ਘੜੀ 6-6 ਮਹੀਨੇ ਵਾਂਗ ਲੰਘ ਰਹੀ ਹੈ। ਸਮਝ ਲੱਗੀ? ਸਾਡੇ ਤੇ 6 ਮਹੀਨੇ ਬਾਅਦ ਵੀ ਸ਼ਾਇਦ ਕੋਈ ਘੜੀ ਆਵੇ ਕਿ ਨਾ ਆਵੇ। ਉਹਦੀ ਇੱਕ ਘੜੀ 6-6 ਮਹੀਨੇ ਬਾਅਦ, 6-6 ਮਹੀਨੇ ਵਾਂਗ ਕਹਿੰਦੇ ਮੇਰੀ ਇੱਕ ਇੱਕ ਘੜੀ ਇਸ ਤਰ੍ਹਾਂ ਲੰਘ ਰਹੀ ਜਿਵੇਂ 6 ਮਹੀਨੇ ਬੀਤ ਗਏ ਨੇ। ਫਿਰ ਇੱਥੋਂ ਤੱਕ ਲਿਖਿਆ, 4 ਪਹਿਰ 4 ਜੁਗਾਂ ਸਮਾਨੇ, ਰਹਿਣ ਭਈ ਤਬ ਅੰਤ ਨਾ ਮਾਨੇ। ਦਿਨ ਦੇ 4 ਪਹਿਰ ਇੰਝ ਲੰਘੇ ਨੇ ਜਿਵੇਂ 4 ਜੁਗ ਹੋ ਗਏ ਨੇ ਤੇ ਤੂੰ ਵਿਛੜੇ ਨੂੰ। ਰਾਤ ਪੈ ਗਈ ਹੁਣ ਤੇ ਪਤਾ ਹੀ ਨਹੀਂ ਲੱਗਦਾ ਕਦੋਂ ਦਾ ਵਿਛੜਿਆ। ਵਿਛੋੜਾ ਜੇ ਮਹਿਸੂਸ ਨਹੀਂ ਹੋਇਆ ਤੇ ਮਲਾਪ ਦੀ ਪਲੰਘ ਵੀ ਨਹੀਂ ਅਜੇ ਪੁੱਟੀ, ਕਦਮ ਵੀ ਨਹੀਂ ਮਲਾਪ ਵੱਲ ਪੁੱਟਿਆ। ਮਿਲਾਪ ਦੇ ਵਾਸਤੇ ਪਹਿਲਾ ਕਦਮ ਹੈ ਵਿਛੋੜਾ। ਅੱਖ ਵਿੱਚੋਂ ਹੰਝੂ ਆਏ ਉਹਦੀ ਯਾਦ ਵਿੱਚ। ਮਾਇਆ ਲਈ ਨਹੀਂ, ਮਾਇਆ ਲਈ ਤਾਂ ਸਾਰਾ ਜੱਗ ਹੀ ਰੋਂਦਾ ਪਿਆ। ਮਾਇਆ ਝੂਠ ਰੁਦਨ ਕੇਤੇ ਬਿੱਲਾ ਹੀ ਰਾਮ। ਕਦੇ ਕੋਈ ਭਾਗਾਂ ਵਾਲਾ ਆਇਆ ਜਿਹਦੀ ਅੱਖ ਵਿੱਚੋਂ ਰੱਬ ਦੀ ਯਾਦ ਵਿੱਚ ਕੋਈ ਹੰਝੂ ਆਉਂਦਾ ਹੈ, ਤੇ ਜਦੋਂ ਉਹ ਅੱਖ ਵਿੱਚੋਂ ਇੱਕ ਅਥਰੂ ਨਿਕਲਦਾ ਹੈ ਨਾ ਰੱਬ ਦੀ ਯਾਦ ਵਿੱਚ, ਉਹ ਕਰੋੜਾਂ ਜਨਮਾਂ ਦੇ ਪਾਪ ਧੋ ਦਿੰਦਾ। ਆਂਦਾ ਹੀ ਨਹੀਂ, ਆਂਦਾ ਹੀ ਨਹੀਂ ਕਦੇ ਕੋਈ ਭਾਗਾਂ ਵਾਲਾ। ਕਹਿੰਦੇ ਪਏ ਤੁਹਾਨੂੰ ਸਵੇਰੇ ਠਾਣਾ ਪਿਆ। ਹੁਣ ਸਵੇਰੇ ਠਾਣਾ ਨਹੀਂ ਕਿਸੇ ਨੂੰ ਵੀ, ਅਸੀਂ ਸੁੱਤੇ ਰਹੋ, ਸਾਨੂੰ ਕੀ। ਜੇ ਤੁਹਾਨੂੰ ਲੋੜ ਹੀ ਨਹੀਂ ਤੇ ਕਾਹਤੋਂ ਅਸੀਂ ਇੱਥੇ ਧੱਕੇ ਨਾਲ ਤੁਹਾਨੂੰ ਸੌਦਾ ਵੰਡਣਾ। ਬੋਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅੱਗੇ ਵੀ ਤਾਂ ਜਨਮਾਂ ਤੋਂ ਸੁੱਤੇ ਹੀ ਆ। ਕਦੇ ਉਹਨੂੰ ਆਖੋ ਨਾ, ਜਨਮ ਜਨਮ ਕਾ ਵਿਛੜਿਆ, ਜਨਮ ਜਨਮ ਕਾ ਵਿਛੜਿਆ, ਜਨਮ ਜਨਮ ਕਾ ਵਿਛੜਿਆ, ਜਨਮ। ਹਰ ਮੇਲੋ ਸੱਜਣ ਸੈਣ, ਹਰ ਮੇਲੋ। ਜਨਮਾਂ ਤੋਂ ਵਿਛੜਿਆ ਮਿਲਾ ਦੋ ਨਾ, ਫਿਰ ਨੀਂਦ ਆਏਗੀ। ਘੱਟ ਤੋਂ ਘੱਟ ਗਫਲਤ ਦੀ ਨੀਂਦ ਤੇ ਨਹੀਂ ਆਏਗੀ। ਚਲੋ ਸਰੀਰ ਨੂੰ 2-4 ਘੰਟੇ ਆਰਾਮ ਚਾਹੀਦਾ, ਇੱਕ ਤੇ ਆਰਾਮ ਚਾਹੀਦਾ ਨਾ। ਇੱਕ ਹੈ ਵੀ ਉਹਨੂੰ ਭੁਲਾ ਕੇ ਹੀ ਸੌਂ ਜਾਣਾ, ਤੇ ਉਹ ਹੁਣ ਵੀ ਸੁੱਤੇ ਆ ਅਸੀਂ। ਇਹ ਮਤ ਜਾਣੋ ਵੀ ਅਸੀਂ ਜਾਗਦੇ ਪਏ ਹਾਂ। ਬਾਣੀ ਕਹਿੰਦੀ ਸੁੱਤੜੇ ਅਸੰਖ। ਹਾਂਜੀ, ਸੁੱਤੜੇ ਸਾਡੀ ਗਿਣਤੀ ਕਿੰਨਾ ਚ ਹੈ? ਸੁੱਤਿਆਂ ਚ ਕਿ ਜਾਗਦਿਆਂ ਚ? ਜਾਗਦਿਆਂ ਚ। ਕੁਛ ਜਾਗਦਿਆਂ ਵਾਲੇ ਵੀ ਹੈਗੇ ਨੇ। ਝੂਠੀ ਮਾਇਆ ਝੂਠੀ ਕਾਰਨ। ਨਾਨਕ ਸੇ ਜਾਗਨ ਕੌਣ ਜੇ ਰਸਨਾ ਨਾਮ ਉਚਾਰਣੇ। ਜੇ ਜੀਵ ਜਪਦੀ ਪਈ ਹੈ ਵਾਹਿਗੁਰੂ, ਇਹ ਤਾਂ ਮੇਰੇ ਅੱਖੇ ਬੋਲੇ ਨਾ, ਆਪਣੇ ਆਪ ਨਹੀਂ ਨਾ ਬੋਲਦੀ ਪਈ, ਆਪਣੇ ਆਪ ਬੋਲਦੀ ਪਈ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਨਾਨਕ ਸਾਹਿਬ ਨੂੰ ਪੁੱਛੋ, ਕਹਿੰਦਾ ਅੱਖਾਂ ਜੀਵਾ ਵਿਸਰੈ ਮਰ ਜਾਂਦੇ ਹੋ? ਜੇ ਨਹੀਂ ਆਖਦੇ ਤਾਂ ਮਰ ਜਾਂਦੇ ਹੋ? ਨਹੀਂ ਆਖਦੇ ਤਾਂ ਮਰੇ ਹੀ ਹੋ। ਮਰ ਜਾਂਦੇ ਕਿ ਮਰੇ ਹੀ ਹੋ? ਮਰੇ ਹੀ ਆ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਈ। ਜਿਹਦੇ ਮਨ ਵਿੱਚ ਵਸ ਗਿਆ ਪਰਮੇਸ਼ਰ, ਜਿਹਦੇ ਹਿਰਦੇ ਵਿੱਚ ਪਰਮੇਸ਼ਰ ਜੀ ਵਸ ਗਏ, ਉਹ ਜ਼ਿੰਦਗੀ ਜੀ ਰਿਹਾ ਹੈ। ਬਾਕੀ ਤਾਂ ਸਵਾਸ ਹੀ ਪੂਰੇ ਕਰ ਰਹੇ ਨੇ।
ਲਾਸ਼ਾਂ ਹੀ ਤੁਰੀਆਂ ਫਿਰਦੀਆਂ, ਹੋਰ ਕੁਛ ਵੀ ਨਹੀਂ ਹੈਗਾ। ਵਾਹਿਗੁਰੂ 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 ਵਾਹਿਗੁਰੂ। ਜਿਨ੍ਹਾਂ ਨੂੰ ਪਿਆਰ ਸੀ ਨਾ, ਮੇਰਾ ਪਿਆਰਾ ਗੁਰਸਿੱਖ ਮਿੱਤਰ ਦੋਸਤ ਆ, ਇੱਕ ਦਿਨ ਉਹ ਸਵੇਰੇ ਮਿਲਿਆ ਮੈਨੂੰ, ਤੇ ਮਿਲ ਕੇ ਤੇ ਉਹ ਚੀਕਾਂ ਮਾਰਨ ਲੱਗ ਗਿਆ। ਮੈਂ ਕੀ ਹੋਇਆ? ਕਹਿੰਦਾ ਅੱਜ ਮੇਰਾ ਨਿਤਨੇਮ ਰਹਿ ਗਿਆ ਹੈ। ਜਿਹਨੂੰ ਪਤਾ ਮੇਰਾ ਕੁਝ ਗਵਾਚ ਗਿਆ ਉਹੀ ਰੋਏਗਾ। ਤੁਹਾਡੇ ਪੱਲੇ ਲੱਖ ਰੁਪਈਆ ਹੋਵੇ ਤੁਹਾਡੀ ਜੇਬ ਵਿੱਚ ਤੇ ਡਿੱਗ ਜਾਵੇ ਤੇ ਫਿਰ ਤੁਸੀਂ ਰੋਵੋਗੇ ਨਾ। ਤੇ ਜੇਬ ਵਿੱਚ ਹੈ ਹੀ ਕੱਖ ਨਹੀਂ ਤੇ ਰੋਵੋਗੇ ਕੀ? ਡਿੱਗਾ ਕੀ ਹੈ ਤੇ ਰੋਵੋਗੇ ਕੀ? ਜੇ ਪੱਲੇ ਧਨ ਆ ਸੱਚਾ ਤੇ ਗਵਾਚੇਗਾ ਤੇ ਫਿਰ ਹਾਏ ਤਾਂ ਨਿਕਲੇਗੀ। ਤੇ ਜੇ ਪੱਲੇ ਹੈ ਹੀ ਨਹੀਂ ਕੁਛ ਤੇ ਫਿਰ ਤੇ ਸੁੱਤੇ ਹੀ ਠੀਕ ਹੈ। ਬੋਲੋ ਵਾਹਿਗੁਰੂ ਵਾਹਿਗੁਰੂ। ਬਾਬਾ ਫਰੀਦ ਜੀ ਕਹਿੰਦੇ ਨੇ, ਉੱਠ ਫਰੀਦਾ ਉਜੂ ਸਾਜ ਸੁਭਾ ਨਿਵਾਜ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ। ਜਿਹੜਾ ਸਿਰ ਅੰਮ੍ਰਿਤ ਵੇਲੇ ਉੱਠ ਕੇ ਸਾਈਂ ਦੇ ਦਰਗਾਹ 'ਚ, ਸਾਈਂ ਦੇ ਦਰਬਾਰ ਵਿੱਚ ਨਿਵਦਾ ਨਹੀਂ, ਉਹਨੂੰ ਯਾਦ ਨਹੀਂ ਕਰਦਾ, ਉਹਨੂੰ ਕੀ ਕਰਨਾ? ਉਹਨੂੰ ਕੱਟ ਕੇ ਤੇ ਪਰੇ ਛੱਡ ਦਿਓ। ਕੀ ਕਰਨਾ? ਕਹਿੰਦਾ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ। ਉਹਨੂੰ ਕੱਟ ਕੇ ਪਰੇ ਸੁੱਟ। ਕੀ ਕਰਨਾ ਉਹਨੂੰ? ਬੋਲੋ ਵਾਹਿਗੁਰੂ ਵਾਹਿਗੁਰੂ। ਫਰੀਦ ਤਾਂ ਬੰਦਗੀ ਕਰਦਾ ਸੀ, ਸਾਡੇ ਵਾਸਤੇ ਲੈ ਕੇ ਆ। ਵਾਹਿਗੁਰੂ ਵਾਹਿਗੁਰੂ। ਅੰਮ੍ਰਿਤ ਵੇਲਾ ਸਿੱਖ ਦੀ ਜਿੰਦ ਜਾਨ ਹੈ। ਸਿੱਖ ਦੀ ਜ਼ਿੰਦਗੀ ਵਿੱਚੋਂ ਅੰਮ੍ਰਿਤ ਵੇਲਾ ਮਨਫੀ ਕਰ ਦਈਏ ਤੇ ਬਾਕੀ ਸਿਰਫ ਲਾਸ਼ ਬਚਦੀ, ਹੋਰ ਕੱਖ ਵੀ ਨਹੀਂ ਬਚਦਾ। ਕਿਸੇ ਮਹਾਂਪੁਰਖ ਨੇ ਲਿਖਿਆ ਹੈ, ਮੈਂ ਪੜ੍ਹਿਆ, ਕਹਿੰਦੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ 12 ਵਜੇ ਤੋਂ ਬਾਅਦ ਜਿਹੜੇ ਉੱਠ ਪੈਂਦੇ ਨੇ, 1 ਵਜੇ 2 ਵਜੇ 3 ਵਜੇ 4 ਵਜੇ ਤੱਕ ਹੱਦ, ਤੇ ਰੱਬ ਦੀ ਦਰਗਾਹ ਦੇ, ਰੱਬ ਦੇ ਦਰਬਾਰ ਦੇ, ਰੱਬ ਦੇ ਸ਼ਹਿਨਸ਼ਾਹ ਦੇ ਮੰਗਤੇ ਬਣ ਜਾਂਦੇ ਨੇ। ਸਵੇਰੇ ਉੱਠਦੇ ਨੇ, ਵਾਹਿਗੁਰੂ ਅਕਾਲ ਪੁਰਖ ਦੇ ਦਰ ਦੇ ਮੰਗਤੇ ਬਣ ਜਾਂਦੇ ਨੇ ਤੇ ਜਪਦੇ ਨੇ ਗੁਰੂ 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 ਗੁਰੂ। ਉਹ ਸਾਰਾ ਦਿਨ ਸ਼ਹਿਨਸ਼ਾਹਾਂ ਵਾਂਗ ਜੀਂਦੇ ਨੇ। ਤੇ ਜਿਹੜੇ ਸਵੇਰੇ ਸੁੱਤੇ ਰਹਿੰਦੇ ਨੇ, ਰੱਬ ਦੇ ਦਰ ਦੇ ਮੰਗਤੇ ਨਹੀਂ ਬਣਦੇ, ਸਾਰਾ ਦਿਨ ਭਿਖਾਰੀਆਂ ਵਾਂਗ ਜੀਂਦੇ ਨੇ। ਤੁਹਾਡੀ ਮਰਜ਼ੀ ਹੈ ਸ਼ਹਿਨਸ਼ਾਹ ਬਣਨਾ ਹੈ, ਸ਼ਹਿਨਸ਼ਾਹਾਂ ਵਾਂਗ ਜੀਣਾ ਹੈ ਕਿ ਭਿਖਾਰੀਆਂ ਵਾਂਗ ਜ਼ਿੰਦਗੀ ਬਿਤਾਉਣੀ। ਸਵੇਰੇ ਉੱਠ ਕੇ ਉਹਦੇ ਦਰ ਦੇ ਮੰਗਤੇ ਬਣ ਜਾਓ। ਸਵੇਰੇ ਉੱਠ ਕੇ ਉਹਦੇ ਦਰ ਤੇ ਕੂਕਾਂ ਪਾਓ। ਕਈਆਂ ਨੂੰ ਹੁੰਦਾ ਜੀ ਮੈਨੂੰ ਸੁਸਤੀ ਪੈਂਦੀ ਹੈ। ਸੁਸਤੀ ਪੈਂਦੀ ਤਾਂ ਖੜੇ ਹੋ ਜਾਓ, ਦੁਬਾਰਾ ਮੂੰਹ ਧੋ ਲਓ, ਦੁਬਾਰਾ ਇਸ਼ਨਾਨ ਕਰ ਲਓ, ਤੁਰ ਫਿਰ ਕੇ ਕਰ ਲਓ। ਬੜੇ ਢੰਗ ਆ। ਦੁਨੀਆ ਦੇ ਕੰਮ ਕਰਨ ਲਈ ਵੀ ਤਾਂ ਤੁਸੀਂ ਬਥੇਰੇ ਤਰੀਕੇ ਅਪਣਾਉਂਦੇ ਹੋ। ਇੱਥੇ ਵੀ ਬੜੇ ਆ। ਜ਼ਰੂਰੀ ਹੈ ਚੌਂਕੜੀ ਮਾਰ ਕੇ ਤਾਂ ਸੁੱਤੇ ਰਹਿਣਾ? ਤੁਰ ਫਿਰ ਕੇ ਕਰ ਲਓ, ਖੜੇ ਹੋ ਕੇ ਕਰ ਲਓ। ਗੱਲ ਤਾਂ ਧਿਆਨ ਦੀ ਹੈ ਨਾ। ਢੋਲ ਵੱਜਦੇ ਹੁਣ ਤਾਂ ਵੀ ਧਿਆਨ ਇੱਕ ਵਾਰੀ ਪੱਕ ਜਾ, ਫਿਰ ਟੁੱਟਦਾ ਨਹੀਂ। ਜਿੰਨਾ ਮਰਜ਼ੀ ਰੌਲਾ ਪਿਆ ਰਹੇ ਫਿਰ ਨਹੀਂ ਟੁੱਟਦਾ। ਇੱਕ ਵਾਰ ਲੇਵ ਲੱਗ ਜਾਵੇ, ਇੱਕ ਵਾਰ ਬਾਂਹ ਫੜਾ ਦਿਓ ਗੁਰੂ ਨਾਨਕ ਸਾਹਿਬ ਨੂੰ, ਫਿਰ ਉਹ ਨਹੀਂ ਛੱਡਦੇ। ਤੁਸੀਂ ਛੱਡਣਾ ਵੀ ਚਾਹੋ ਫਿਰ ਉਹ ਛੱਡਣ ਨਹੀਂ ਦੇਣਗੇ। ਚਾਲਾਂਗੇ ਉੱਠ, ਪਹਿਲਾਂ ਉੱਠ ਫਿਰ ਹੀ ਨਾਮ ਜਪੇਗਾ। ਸੁੱਤਾ ਪਿਆ ਥੋੜੀ, ਪਹਿਲਾਂ ਉੱਠ, ਫਿਰ ਉੱਠ ਕੇ ਕੀ ਕਰਾਂ? ਨਾਮ ਜਪ। ਨਿਸਬਸਰ ਅਰਾਧ, ਦਿਨ ਰਾਤ ਜਪਦਾ ਰਹਿ। ਮਿਲੇਗਾ ਕੀ? ਕਾਰਾ ਤੁਝੇ ਨਾ ਵਿਆਪੀ, ਨਾਨਕ ਮਿਟੈ ਉਪਾਤ। ਤੇਰੇ ਜੀਵਨ ਵਿੱਚ ਜਿੰਨੇ ਵੀ ਤੈਨੂੰ ਵਿਘਨ ਨੇ ਸਭ ਉਤਰ ਜਾਣਗੇ। ਵਿਘਨ ਵਿਨਾਸ਼ਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦਿੜਾਇਆ ਖੋਏ ਪਾਪ ਪਏ ਸਾ ਪਾਵਨ। ਜਾਂ ਨਾਨਕ ਸੁਖ, ਸੁਖ ਘਰ, ਸੁਖ ਘਰ ਕਿਹੜਾ ਸੁਖ? ਵਾਹਿਗੁਰੂ ਹੀ ਆ ਗਿਆ ਇਸ ਕਰਨੇ ਹਿਰਦੇ ਰੂਪੀ ਘਰ ਵਿੱਚ। ਇੱਥੇ ਸੁਖਦਾਰ ਸਾਹਿਬ ਵਾਹਿਗੁਰੂ ਜੀ ਆਪ ਹਿਰਦੇ ਵਿੱਚ ਪ੍ਰਗਟ ਹੋ ਗਿਆ। ਔਰ ਦੁਨੀਆ ਦਾ ਸੁੱਖ ਨਹੀਂ, ਉਹ ਕਿਹੜੇ ਘਰ ਆਣਾ ਹੈ?
ਆ ਨਿਜ ਘਰ, ਹਿਰਦੇ ਰੂਪੀ ਘਰ ਵਿੱਚ ਪਰਮਾਤਮਾ ਹੀ ਆ ਕੇ ਵਸ ਗਿਆ। ਸੁੱਖ ਤੇ ਉਦੋਂ ਹੀ ਹੋਣਾ ਨਾ ਜਦੋਂ ਪਰਮਾਤਮਾ ਆਏਗਾ, ਉਹਦੀ ਯਾਦ ਆਏਗੀ। ਜਿਸ ਤੂੰ ਆਵੇਂ ਚਿੱਤ ਤਿਸ ਨੂੰ ਸਦਾ ਸੁੱਖ, ਹੋਰ ਕਿਸੇ ਨੂੰ ਨਹੀਂ। ਜਿਹਨੂੰ ਤੂੰ ਹੈ ਵਾਹਿਗੁਰੂ ਜੀ ਯਾਦ ਆਵੇਂ, ਉਹਨੂੰ ਸਦਾ 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 ਹੀ ਸੁੱਖ ਮਿਲਦਾ। ਤੇ ਜੇ ਸਦਾ ਸੁੱਖ ਲੈਣਾ ਤੇ ਸਦਾ ਹੀ ਜਪਣਾ ਪੈਣਾ ਵਾਹਿਗੁਰੂ। ਸਦਾ ਸੁੱਖ ਚਾਹੀਦਾ ਨਾ, ਇਹ ਤਾਂ ਨਹੀਂ 2 ਦਿਨ ਚਾਹੀਦਾ ਤੇ ਫਿਰ ਦੁੱਖ ਦੇ ਦਿਓ। ਹਾਂਜੀ, ਕੀ ਕਿਹਾ ਮੈਂ ਵਾਲਾ ਐਬਸੈਂਟ ਸੀ, ਨਹੀਂ ਪਤਾ ਕੀ ਕਿਹਾ। ਵਾਹਿਗੁਰੂ ਵਾਹਿਗੁਰੂ। ਇੱਕ ਹੀਰਾ ਤਾਂ ਚਲਾ ਗਿਆ ਨਾ, ਜਿਹੜਾ ਝੋਲੀ 'ਚ ਨਹੀਂ ਪਿਆ। ਜਿਸ ਤੂੰ ਆਵੇਂ ਚਿੱਤ ਤਿਸ ਨੂੰ, ਹਾਂਜੀ ਹੁਣੇ ਹੀ ਬੋਲਿਆ ਯਾਰ, ਭੁੱਲ ਵੀ ਗਏ। ਇਸ ਨੂੰ ਸਦਾ ਸੁੱਖ, ਸਦਾ ਹੀ ਸੁੱਖ ਚਾਹੀਦਾ ਨਾ। ਇਹ ਤਾਂ ਨਹੀਂ ਵੀ 2 ਦਿਨ ਸੁੱਖ ਦੇ ਦਿਓ ਫਿਰ ਦੁੱਖ ਦੇ ਦਿਓ ਜੀ, 6 ਮਹੀਨੇ ਸੁੱਖ ਦੇ ਦਿਓ ਫਿਰ ਦੁੱਖ ਦੇ ਦਿਓ ਜੀ। ਕੋਈ ਹੈ ਐਸਾ ਜਿਹੜਾ ਕਿ ਵੀ 2 ਸਾਲ ਸੁੱਖ ਦੇ ਦਿਓ ਫਿਰ ਕੋਈ ਨਹੀਂ, ਫਿਰ ਭਾਵੇਂ ਦੁੱਖ ਦੇ ਦਿਓ। ਸਦਾ ਸੁੱਖ ਚਾਹੀਦਾ ਨਾ। ਹਾਂਜੀ, ਸਾਰਿਆਂ ਨੂੰ ਸਿਰ ਸੁਰ ਲਾਓ ਮਾੜਾ ਜਿਹਾ, ਪਤਾ ਲੱਗੇ ਮੈਨੂੰ ਸੁਣਦੇ ਪਏ ਹੋ। ਪਤਾ ਹੀ ਸੁੱਤੇ ਹੀ ਤਾਂ ਨਹੀਂ, ਧੁੱਪੇ ਆ ਕੇ, ਰਾਤ ਜਾਗਦੇ ਹੀ ਧੁੱਪੇ ਆ ਕੇ, ਚਲੋ ਜੀ ਵਧੀਆ, ਬੜੀ ਸੋਹਣੀ ਧੁੱਪ ਲੱਗੀ ਸੀ। ਇੱਦਾਂ ਨਾ ਘਰ ਜਾ ਕੇ ਕਿਉਂ ਘਰਦਿਆਂ ਪੁੱਛਣਾ ਕੈਂਪ ਤੋਂ ਕੀ ਸੀ, ਉੱਥੇ ਬੜੀ ਵਧੀਆ ਧੁੱਪ ਸੀ। ਸਵੇਰੇ ਬੜੀ ਠੰਡ ਸੀ ਮੰਮੀ, ਤੇ ਦਿਨੇ ਬੜੀ ਵਧੀਆ ਧੁੱਪ ਲੱਗੀ ਸੀ। ਚਲੋ ਜੀ ਹੋ ਗਈ ਗੱਲ। ਉਹਨੂੰ ਕਹਿੰਦੇ ਧੁੱਪ ਲੈਣ ਗਿਆ ਸੀ ਉੱਥੇ। ਬੋਲੋ ਵਾਹਿਗੁਰੂ। ਮੈਂ ਉੱਥੇ ਸੁੱਖ ਲੈਣ ਵਾਸਤੇ ਆਇਆ ਹਾਂ। ਕੀ ਕਰਨਾ ਹੈ ਇੱਥੇ? ਸੁੱਖ ਦੀ ਪ੍ਰਾਪਤੀ। ਕਿਹੜੇ ਸੁੱਖ ਦੀ? ਹਾਂਜੀ, ਸਦਾ ਸੁੱਖ। ਤੇ ਸਦਾ ਸੁੱਖ ਹੈ ਤੇ ਫਿਰ ਸਦਾ ਸੁੱਖ ਤੇ ਪਰਮਾਤਮਾ ਪਾਸ ਹੀ ਹੈ, ਹੋਰ ਕਿਸੇ ਕੋਲ ਨਹੀਂ ਹੈਗਾ। ਤੇ ਤੁਹਾਨੂੰ ਸਦਾ ਸੁੱਖ ਚਾਹੀਦਾ। ਜੇ ਲੋੜ ਹੈ ਸਦਾ ਸੁੱਖ ਭਾਈ, ਸਾਧੂ ਸੰਗਤ ਗੁਰਾਂ ਬਤਾਈ। ਉਹਾਂ ਜਪੀਏ ਕੇਵਲ ਨਾਮ, ਸਾਧੂ ਸੰਗਤ ਪਾਰ ਗਰਾਂ। ਸਦਾ ਸੁੱਖ ਚਾਹੀਦਾ ਤੇ ਸਦਾ ਸਾਧੂ ਦੀ ਸੰਗਤ ਕਰੋ, ਗੁਰੂ ਦੀ ਸੰਗਤ ਕਰੋ, ਸਦਾ ਗੁਰਸਿੱਖਾਂ ਦੀ ਸੰਗਤ ਕਰੋ, ਤੇ ਸਦਾ ਹੀ ਮੂੰਹ ਤੋਂ ਜਪੋ ਵਾਹਿਗੁਰੂ, ਸਦਾ ਸੁੱਖ ਮਿਲੇਗਾ। ਪਰ ਚੇਤਾ ਰੱਖਿਓ ਸਾਡਾ ਹਾਲ ਹੋਰ ਜੇ। ਸੇਵਾ ਥੋਰੀ ਮੰਗਣ ਬਹੁਤਾ, ਮਹਿਲ ਨ ਪਾਵੈ ਕਹਿ ਤੋ ਪਹੁੰਚਾ। ਕਹਿੰਦਾ ਪਹੁੰਚ ਗਿਆ ਵਾਂ, ਪਤਾ ਨਹੀਂ ਕਿੱਥੇ ਪਹੁੰਚਿਆ ਵਾਂ। ਪੁੱਛੋ ਕਿੱਥੇ ਪਹੁੰਚਿਆ, ਕਹਿੰਦਾ ਪਤਾ ਨਹੀਂ। ਸੇਵਾ ਹੈ ਨਹੀਂ, ਮੰਗਣ ਬਹੁਤਾ। ਬੋਲੋ ਵਾਹਿਗੁਰੂ। ਜਿਸ ਤੋਂ ਆਵੇਂ ਚਿੱਤ ਤਿਸ ਨੂੰ ਸਦਾ ਸੁੱਖ, ਜਿਸ ਤੋਂ ਆਵੇਂ ਚਿੱਤ ਤਿਸ ਜਮ ਨਾਹੀਂ ਦੁੱਖ। ਇਹ ਵਾਹਿਗੁਰੂ ਜੀ, ਜਿਹਨੂੰ ਤੁਸੀਂ ਚੇਤਾ ਆਵੋ ਉਹਦਾ ਜਨਮ ਮਰਨ ਨਹੀਂ ਮਿਟ ਜਾਂਦਾ। ਉਹਨੂੰ ਜਮ ਨਹੀਂ ਸਤਾਉਂਦੇ, ਉਹਨੂੰ ਜਮ ਲੈਣ ਨਹੀਂ ਆਉਂਦੇ, ਉਹਨੂੰ ਧਰਮਰਾਜ ਦੇ ਦੂਤ ਲੈਣ ਨਹੀਂ ਆਉਂਦੇ। ਉਹਦਾ ਜਨਮ ਮਰਨ ਮੁੱਕ ਜਾਂਦਾ। ਜੰਮਣ ਮਰਨ ਤਿੰਨ ਕੋ ਜੋ ਹਰ ਲਾ ਲਾਗੇ, ਜੀਵਤ ਸੇ ਪ੍ਰਵਾਨ ਹੋਏ ਹਰ ਕੀਰਤਨ ਜਾਗੇ। ਮਰਨ ਤੋਂ ਬਾਅਦ ਨਹੀਂ, ਜਿਉਂਦੇ ਹੀ ਪ੍ਰਵਾਨ ਹੋ ਗਏ। ਵਾਹਿਗੁਰੂ। ਇੱਥੇ ਇਹ ਕੋਈ ਗੱਲ ਨਹੀਂ ਕੌਣ ਕਿੰਨੀ ਜ਼ਿੰਦਗੀ ਜੀ ਕੇ ਗਿਆ। ਕੋਈ 100 ਸਾਲ ਜੀ ਕੇ ਗਿਆ ਕਿ ਕੋਈ 1 ਸਵਾਸ ਜੀ ਕੇ ਗਿਆ। ਗੁਰੂ ਦੇ ਘਰ ਵਿੱਚ ਸਿਰਫ ਕੀਮਤ ਉਹਦੀ ਹੈ ਜਿਹਨੇ 1 ਸਵਾਸ ਲਿਆ ਤੇ ਉਹਨੇ ਕਿਹਾ ਵਾਹਿਗੁਰੂ, ਤੇ ਉਹਦੇ ਸਵਾਸ ਪੂਰੇ ਹੋ ਗਏ ਤੇ ਉਹਦਾ ਜੀਵਨ ਸਫਲ ਹੋ ਗਿਆ। ਜਿਹੜਾ ਮੇਰੇ ਵਾਂਗ 100 ਸਾਲ ਜੀਆ, ਭੇਡ ਵਾਂਗ ਫਜ਼ੂਲ, ਤੇ ਹਰ ਸਾਲ ਮੁੰਨੀ ਜਾਂਦੀ ਹੈ। 100 ਸਾਲ ਜੀਆ ਪਰ ਫਜ਼ੂਲ, ਉਹਦੀ 1 ਕੌਡੀ ਕੀਮਤ ਨਾ ਪਈ। ਮੂੰਹ ਕਾਲੇ ਦੋਜ਼ਖ ਚਾਲਿਆ, ਗਲ ਸੰਗਲ ਕੱਤ ਚਲਾਇਆ। ਆਪ ਹੀ ਫੈਸਲਾ ਕਰ ਲੈਣਾ ਕਿਹੜੇ ਪਾਸੇ ਖੜੇ। ਜਿਵੇਂ ਭਾਈ ਸਾਹਿਬ ਨੇ ਰਾਤੀ ਕਿਹਾ ਸੀ, 2 ਹੀ ਪਾਸੇ ਦੱਸੇ ਨੇ ਹਰ ਜਗ੍ਹਾ ਤੇ, ਜਿੱਥੇ 2 ਹੀ ਪਾਸੇ, ਹਰ ਸ਼ਬਦ ਵਿੱਚ 2 ਹੀ ਪੱਖ ਲਏ ਨੇ। ਦੇਖ ਲਓ ਕਿਹੜਾ ਪੱਖ ਤੁਹਾਡੀ ਜ਼ਿੰਦਗੀ 'ਚ ਤੁਹਾਨੂੰ ਚੰਗਾ ਲੱਗਦਾ। ਜਿਹੜਾ ਚੰਗਾ ਲੱਗਦਾ ਉਹ ਵਰਤ ਲਓ, ਕੋਈ ਨਹੀਂ। ਕਈਆਂ ਨੂੰ ਅਜੇ ਨਹੀਂ, ਅਜੇ ਉਹਨਾਂ ਦਾ ਮਨ ਨਹੀਂ ਭਰਿਆ, ਅਜੇ ਖਾਣ ਪੀਣ ਤੋਂ
ਮੇਰੇ ਤੋਂ ਰਹਿਤ ਨਹੀਂ ਰੱਖੀ ਜਾਂਦੀ ਜੀ, ਮੇਰੇ ਕੋਲ ਵਿਵੇਕ ਨਹੀਂ ਰੱਖਿਆ ਜਾਂਦਾ ਜੀ, ਮੇਰਾ ਜੀ ਗੋਲ ਗੱਪੇ ਖਾਣ ਨੂੰ ਜੀ ਕਰਦਾ ਜੀ। 17 ਸਜਾਈਆਂ ਤੇ ਗੋਲ ਗੱਪਿਆਂ ਦੀ ਰੇਹੜੀ ਤੇ ਖੜੇ ਦਿੱਲੀ ਅਸੀਂ ਸਮਾਗਮ ਤੇ ਗਏ, ਤੇ ਮੈਂ ਤੇ ਭਾਈ ਕੁਲਵੰਤ ਸਿੰਘ ਸੀ, ਅਸੀਂ ਬਾਜ਼ਾਰ ਨੂੰ ਗਏ, ਕੋਈ ਕੰਮ ਸੀ ਸਾਨੂੰ, ਕੋਈ ਪਤਾ ਨਹੀਂ ਕਿਹੜਾ ਕੰਮ ਸੀਗਾ, ਤੇ ਅੱਗੇ ਦਸਤਾਰਾਂ ਵਾਲੀਆਂ ਬੀਬੀਆਂ ਤੇ ਗੋਲ ਗੱਪਿਆਂ ਵਾਲੇ ਕੋਲ ਗੋਲ ਗੱਪੇ ਖਾਣ ਪਈਆਂ। ਤੇ ਭਾਈ ਸਾਹਿਬ ਦਾ ਸੁਭਾਅ ਸੀ, ਉਹਨੇ ਕਹਿੰਦਾ ਭੈਣ ਜੀ ਸਵਾਦ ਨੇ? ਆਹ ਭਾਈ ਸਾਹਿਬ ਬੜੇ ਸਵਾਦ ਨੇ, ਤੁਸੀਂ ਵੀ ਖਾ ਲਓ। ਮੈਂ ਕਿਹਾ ਨਹੀਂ, ਖਾਓ ਖਾਓ, ਜੇ 100 ਜਨ ਗੋਲ ਗੱਪੇ ਖਾ ਲਓ, ਹੋਰ ਰੱਬ ਨੂੰ ਫਿਰ ਮਿਲ ਲਾਂਗੇ, ਫਿਰ ਕਿਉਂ ਚੱਲਾ, ਇੱਧਰ ਕਿਹੜੀ ਕਾਲੀ ਆ। ਜੇ ਨਹੀਂ ਅਜੇ ਦੁਖੀ ਹੋਏ, ਜੇ ਦੁਨੀਆ ਵੱਲੋਂ ਅਜੇ ਮਨ ਨਹੀਂ ਭਰਿਆ, ਤੇ ਬਾਬਾ ਜੀ ਪਤਾ ਕੀ ਕਹਿੰਦੇ ਨੇ, ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚੱਲੀ ਸਾਥ, ਪਾਏ ਕੁਹਾੜਾ ਮਾਰਿਆ, ਗਾਫਲ ਆਪਣੇ ਹਾਥ। ਮੇਰੀ ਮਾਸੀ ਨਾਰਾਜ਼ ਹੋ ਜਾਣੀ, ਮੇਰੀ ਭੂਆ ਨਾਰਾਜ਼ ਹੋ ਜਾਣੀ, ਜੇ ਮੈਂ ਨਾ ਖਾਧਾ, ਨਾਨਕਿਆਂ ਦੇ ਗਿਆ, ਨਾਨਕਿਆਂ ਨੇ ਨਾਰਾਜ਼ ਹੋ ਜਾਣਾ। ਗੁਰੂ ਨਾਰਾਜ਼ ਹੋ ਜਾਏ ਕੋਈ ਗੱਲ ਨਹੀਂ, ਫਿਰ ਕੀ ਆ, ਫਿਰ ਕੀ ਆ। ਰਿਸ਼ਤੇਦਾਰ ਨਹੀਂ ਨਾਰਾਜ਼ ਹੋਣੇ ਚਾਹੀਦੇ। ਬੋਲੋ ਵਾਹਿਗੁਰੂ। ਉਹ ਕੱਢਦੇ ਪ੍ਰਭਾਤ ਫੇਰੀਆਂ ਇਹਨਾਂ ਦਿਨਾਂ 'ਚ ਨਾ, ਤੇ ਸਾਡੇ ਬੂਹੇ ਅੱਗੇ ਆ ਕੇ ਕਰਨ ਪਏ, ਖੰਡੇ ਦਾ ਅੰਮ੍ਰਿਤ ਪੀ ਲੈ ਜੇ ਮਿਲਣਾ ਬਾਜਾਂ ਵਾਲੇ ਨੂੰ, ਉੱਚੀ ਉੱਚੀ ਸਾਡੇ। ਮੈਂ ਬੂਹਾ ਖੋਲ੍ਹਿਆ, ਮੈਂ ਕਿਹਾ ਕਿਹੜਾ ਲੈ ਆਇਆ ਬਾਟਾ ਭਰ ਕੇ ਅੰਮ੍ਰਿਤ ਦਾ, ਲਓ ਛਕ ਲੈਂਦੇ ਹਾਂ। ਤੇ ਮੈਂ ਬਾਹਰ ਨਿਕਲਿਆ, ਬੂਹਾ ਖੋਲ੍ਹਿਆ, ਮੈਂ ਕਿਹਾ ਜੀ ਆਇਆਂ ਨੂੰ ਜੀ, ਆ ਜਿਹੜਾ ਬਾਟਾ ਲਿਆਇਓ ਤੁਸੀਂ ਛਕ ਲਓ, ਮੈਂ ਤੇ ਛਕਿਆ ਹੈ ਪਹਿਲਾਂ ਹੀ। ਸਾਰੇ ਹੀ ਮੋਨੇ, ਸਾਰੇ ਹੀ ਨਗੁਰੇ, ਤੇ ਪੜ੍ਹੀ ਜਾਂਦੇ ਨੇ ਖੰਡ। ਮੈਂ ਕਿਹਦੇ ਲਈ ਪੜ੍ਹਦੇ ਪਏ ਹੋ? ਆਪਣੇ ਲਈ ਪੜ੍ਹ ਲਓ ਨਾ। ਤੁਸੀਂ ਬਾਟਾ ਮੇਰੇ ਲਈ ਜੋ ਲਿਆਏ ਹੋ, ਤੇ ਇਹਨੂੰ ਆਪ ਛਕ ਲਓ ਨਾ। ਪਤਾ ਹੀ ਨਹੀਂ ਕੀ ਪੜ੍ਹਦੇ ਪਏ, ਪਤਾ ਹੀ ਨਹੀਂ, ਸੁੱਤੇ ਪੜ੍ਹੀ ਜਾਂਦੇ, ਸੁਰਤ ਸੁੱਤੀ ਆ, ਬਸ ਕਿਸੇ ਨੇ ਪੜ੍ਹਿਆ, ਆਪਾਂ ਵੀ ਪੜ੍ਹ ਦਿੱਤਾ। ਤੁਸੀਂ ਜਪਜੀ ਪੜ੍ਹਦੇ ਹੋ, ਤੁਹਾਨੂੰ ਪਤਾ ਤੇ ਹੋਵੇ ਮੈਂ ਪੜ੍ਹਿਆ। ਮੈਂ ਕਿਸੇ ਨੂੰ ਗਲਤੀ ਨਾਲ ਹੀ ਪੁੱਛ ਬੈਠਾ, ਜਿਵੇਂ ਆਪਾਂ ਮਿਲਦੇ ਹਾਂ, ਮੈਂ ਕਿਹਾ ਕਿੱਦਾਂ ਨਿਤਨੇਮ ਦਾ ਕੀ ਹਾਲ ਹੈ, ਤੇ ਉਹਨੇ ਜਿਹੜੀ ਗੱਲ ਦੱਸੀ ਨਾ, ਮੇਰੀ ਚੁੱਪ ਹੀ ਹੋ ਗਈ। ਉਹ ਤੋਂ ਅੱਗੇ ਮੇਰੇ ਕੋਲ ਬੋਲ ਹੀ ਨਹੀਂ ਹੋਇਆ। ਉਹ ਕਹਿੰਦੀ ਜਦ ਮੈਂ ਇੱਕ ਓਂਕਾਰ ਕਹਿਣਾ, ਤੇ ਫਿਰ ਮੈਂ ਪਤਾ ਨਹੀਂ ਕਿਸ ਵਿਸਮਾਦ ਵਿੱਚ ਹੀ ਚਲੇ ਜਾਂਦੀ। ਤੇ ਅੱਗੇ ਕਿਹਨੇ ਪੜ੍ਹਨਾ? ਫਿਰ ਇੱਕ ਨੂੰ ਹੀ ਤਾਂ ਮਿਲਣਾ ਸੀ। ਮੈਂ ਚੁੱਪ ਕਰ ਗਿਆ, ਮੈਂ ਨਹੀਂ ਪੁੱਛਿਆ ਫਿਰ ਤੂੰ ਪੰਜ ਕਰਦੀ ਨੇਮ ਕਿ ਨਹੀਂ ਕਰਦਾ। ਤੁਸੀਂ, ਤੁਹਾਨੂੰ ਪਤਾ ਤੇ ਹੋਵੇ ਇੱਕ ਨੂੰ ਮਿਲਣਾ ਹੈ, ਇੱਕ ਓਂਕਾਰ। ਹੁਣ ਜਾਣਾ ਕਿੱਥੇ ਆ? ਪੜ੍ਹਨ ਨੂੰ ਤੇ ਪੜ੍ਹਨਾ ਹੀ ਹੈ। ਮੈਂ 5 ਜਪਜੀ ਸਾਹਿਬ ਕਰਦਾ ਜੀ, ਕੋਈ ਕਹਿੰਦਾ ਮੈਂ 5 ਸੁਖਮਨੀ ਸਾਹਿਬ ਕਰਦਾ ਜੀ, ਮੈਂ ਕਿਹਾ ਚਿਹਰੇ ਤੇ ਇੱਕ ਪੰਕਤੀ ਵੀ ਹੈ ਨਹੀਂ ਸਮਝ ਲੱਗ, ਕਰਦਾ ਹੀ ਹੈ ਨਾ, ਪੜ੍ਹਦਾ ਹੀ ਹੈ ਨਾ। ਕਮਾਇਆ ਤੇ ਨਹੀਂ ਨਾ, ਮਿੱਥਿਆ ਨਹੀਂ ਰਸਨਾ ਪਰਸ। ਪੜ੍ਹਨ ਨਾਲ ਕੀ ਹੋਏਗਾ? ਗਾਣ ਨਾਲ ਕੀ ਹੋਏਗਾ? ਬੋਲੇ ਵਾਹਿਗੁਰੂ ਵਾਹਿਗੁਰੂ। ਮੈਂ ਕਿੱਥੇ ਗਿਆ? ਬਾਹਰਲੇ ਮੁਲਕ ਮੈਨੂੰ ਬੁਲਾਇਆ ਉਹਨਾਂ ਨੇ, 2 ਸਾਲ ਦਾ ਮੇਰਾ ਵੀਜ਼ਾ ਉਹਨਾਂ ਲਵਾਇਆ ਗੁਰਦੁਆਰੇ ਕਿਸੇ। ਤੇ ਮੈਨੂੰ ਤਾਂ ਕੋਈ ਜ਼ਿਆਦਾ ਪਕੜ ਹੈ ਨਹੀਂ, ਗੁਰੂ ਸਾਹਿਬ ਨੇ ਖਿੱਚ ਖਤਮ ਕਰਤੀ ਹੋਈ। ਬੋਲੇ ਵਾਹਿਗੁਰੂ। ਤੇ ਜਦੋਂ ਮੈਂ ਉਹਨਾਂ ਦੇ ਗਿਆ ਗੁਰਦੁਆਰੇ, ਤੇ ਉੱਥੇ ਜਾਂਦਿਆਂ ਨੂੰ ਮੇਰੇ ਸਿੰਘ ਕੀਰਤਨ ਕਰਦਾ ਸੀ, ਤੇ ਉਹ ਪੜ੍ਹਦਾ ਸੀ ਪਰ ਤਨ ਪਰਤੇ ਨਿੰਦਾ ਇਨਸਿਉ ਪ੍ਰੀਤ ਨਾ ਲੱਗੇ। ਜਦੋਂ ਮੇਰੀ ਵਾਰੀ ਆਈ ਤੇ ਮੈਂ ਕਿਹਾ ਭਾਈ ਇਹ ਗਾਣ ਵਾਲਾ ਤੇ ਨਹੀਂ ਸ਼ਬਦ, ਇਹ ਤੇ ਕਮਾਉਣ ਵਾਲਾ ਹੈ, ਗਾਣ ਵਾਲਾ ਨਹੀਂ ਹੈ। ਪਰ ਤਨ ਪਰਤੀ ਨਿੰਦਾ ਇਨਸਿਉ ਪ੍ਰੀਤ ਨਾ ਲੱਗੇ। ਇਹ ਗਾਣ ਵਾਲਾ ਕਿ ਕਮਾਉਣ ਵਾਲਾ ਜੀ? ਗਾਣ ਨਾਲ ਕੀ ਹੋਏਗਾ? ਅੰਦਰ ਵਾਜੇ ਤੇ ਗਾਇਆ, ਤੇ ਬਾਹਰ ਆ ਕੇ ਸਾਰੀ ਦੁਨੀਆ ਦੀ ਨਿੰਦਾ ਕਰਤੀ। ਵਾਜੇ ਤੇ ਹੀ ਪਏ ਪੈਸੇ ਚੁੱਕ ਲਏ, ਪਰ ਧਨ ਲਿਫਾਫੇ ਮੰਗ ਕੇ ਲੈ ਲਏ। ਅੱਜ ਲਿਫਾਫਾ ਯੁੱਗ ਵੀ ਸ਼ੁਰੂ ਹੋ ਗਿਆ ਨਾ ਆਪਣੇ। ਅੱਗੇ ਕਲ ਯੁੱਗ ਸੀ ਨਾ, ਹੁਣ ਲਿਫਾਫਾ ਯੁੱਗ ਵੀ ਪਤਾ ਨਾ। ਲਿਫਾਫਾ ਯੁੱਗ, ਲਿਫਾਫਾ ਨਾ ਮਿਲੇ ਤਾਂ ਕੀਰਤਨ ਨਹੀਂ ਕਰਦੇ। ਉਹ ਰੱਖਦੇ ਨਹੀਂ ਵਾਜੇ ਤੇ ਲਿਫਾਫਾ। ਮਰਦਾਨਾ ਜੀ ਲਿਫਾਫਾ ਲੈਂਦੇ ਹੁੰਦੇ ਸੀ, ਸ਼ਾਇਦ ਗੁਰੂ ਨਾਨਕ ਕੋਲ ਲੈਂਦੇ ਹੋਣ। ਇਹ ਫਿਰ ਕਿਉਂ ਮੰਗ ਕੇ ਲੈਂਦੇ ਨੇ? ਬੋਲੋ ਵਾਹਿਗੁਰੂ। ਤਾਂ ਹੀ ਕੁਛ ਬਣ ਨਹੀਂ ਰਿਹਾ। ਇੱਕ ਨੇ ਪਾਠ ਕੀਤਾ ਆ, ਇੱਕ ਨੇ ਕੀਰਤਨ ਕੀਤਾ ਆ, ਉਹਨੇ ਕੀਰਤਨ ਦੇ ਪੈਸੇ ਲੈ ਲਏ ਨੇ, ਮਜ਼ਦੂਰੀ ਲੈ ਲਈ, ਉਹਨੂੰ ਕੱਖ ਨਹੀਂ ਮਿਲਿਆ। ਆ ਬਣਾਉਂਦੇ ਪਏ ਨਾ ਤੁਹਾਡੇ ਸਾਹਮਣੇ,
ਬਿਲਡਿੰਗ ਬਣਾਉਂਦੇ ਨੇ ਪਏ, ਇਹ ਮੁਫਤ ਨਹੀਂ ਬਣਾਉਣੀ, ਇਹਨਾਂ ਪੈਸੇ ਲੈਣੇ ਨੇ ਨਾ। ਜਦੋਂ ਬਿਲਡਿੰਗ ਬਣ ਗਈ ਇਹਨਾਂ ਨੂੰ ਅੰਦਰ ਵੜਨ ਦੇਣਾ ਕਿਸੇ ਨੇ, ਕਿਉਂਕਿ ਇਹਨਾਂ ਨੇ ਪੈਸੇ ਲੈ ਲਏ ਨੇ, ਮਜ਼ਦੂਰੀ ਲੈ ਲਈ ਹੈ। ਤਾਂ ਜਿਨ੍ਹਾਂ ਨੇ ਪਾਠ ਕੀਤਾ, ਪਾਠ ਦੇ ਪੈਸੇ ਲੈ ਲਏ, ਉਹਨਾਂ ਨੇ ਮਜ਼ਦੂਰੀ ਲੈ ਲਈ ਹੈ, ਉਹਨਾਂ ਨੂੰ ਕੁਛ ਨਹੀਂ ਮਿਲਿਆ। ਤੇ ਅਸਾਂ ਸੁਣਿਆ ਕੁਛ ਨਹੀਂ, ਅਮਲ ਕੁਛ ਨਹੀਂ ਕੀਤਾ, ਤੇ ਅਸਾਂ ਦੇ ਪੱਲੇ ਵੀ ਕੁਛ ਨਹੀਂ ਪਿਆ। ਅਸੀਂ ਵੀ ਤਾਂ ਵਾਜਾ ਹੀ ਹੈ ਨਾ, ਬੜਾ ਸੋਹਣਾ ਵਾਜਾ ਵਜਾਇਆ। ਵਾਜਾ ਵਜਾਉਣ ਵਾਲਾ ਉੱਠਿਆ ਤੇ ਨਾਲ ਹੀ ਸਾਰੇ ਉੱਠ ਕੇ ਤੁਰ ਗਏ। ਗੁਰੂ ਨਾਲ ਨਹੀਂ ਜੁੜੇ, ਵਾਜਾ ਵਜਾਉਣ ਵਾਲੇ ਨਾਲ ਜੁੜੇ ਨੇ। ਬੋਲੋ ਵਾਹਿਗੁਰੂ। ਜੁੜਨਾ ਕਿਹਦੇ ਨਾਲ ਸੀ? ਗੁਰ ਸ਼ਬਦ ਨਾਲ। ਭਾਵੇਂ ਬੱਚਾ ਪੜ੍ਹੇ, ਭਾਵੇਂ ਮੇਰੇ ਬੁੱਢਾ ਪੜ੍ਹੇ, ਅਸਾਂ ਤਾਂ ਸ਼ਬਦ ਨਾਲ ਜੁੜਨਾ ਹੈ। ਬੋਲੋ ਵਾਹਿਗੁਰੂ 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 ਵਾਹਿਗੁਰੂ। ਰਾਤੀ ਵੀ ਭਾਈ ਸਾਹਿਬ ਤੁਹਾਨੂੰ ਦੱਸਦੇ ਸੀ, ਮੈਂ ਵੀ ਤੁਹਾਨੂੰ ਜਿੰਨਾ ਕੁ ਮੈਨੂੰ ਪਤਾ, ਕੀਰਤ ਤੇ ਕੀਰਤਨ, ਕਿਰਤ ਤੇ ਕੀਰਤ, ਸੱਕੇ ਨੂੰ ਸਿਆਰੀ ਬਣਾ ਦਿਓ, ਕਿਰਤ ਬਣ ਜਾਂਦਾ ਹੈ। ਬਿਹਾਰੀ ਲਾ ਦਿਓ, ਕੀਰਤ ਬਣ ਜਾਂਦੀ। ਜਦ ਤੱਕ ਕੀਰਤ ਹੈ, ਕੀਰਤਨ ਕੀਰਤ ਹੈ, ਉਹਦੀ ਉਸਤਤ ਹੈ, ਉਹਨੂੰ ਮਿਲਣ ਲਈ ਹੈ। ਗੁਰੂ ਨਾਨਕ ਸਾਹਿਬ ਨੇ ਗਾਇਆ ਤੇ ਗਾ ਕੇ ਪਾਇਆ। ਬਾਣੀ ਉਹੀ ਹੈ ਜਿਹੜੀ ਬਾਣੀ ਬ੍ਰਹਮ ਤੋਂ ਆਈ, ਗੁਰੂ ਨਾਨਕ ਸਾਹਿਬ ਦੀ ਰਚਨਾ ਤੋਂ ਉਚਾਰਨ ਹੋਈ ਹੈ। ਇਸ ਗੁਰਬਾਣੀ ਨੂੰ ਗੁਰੂ ਨਾਨਕ ਸਾਹਿਬ ਨੇ ਗਾਇਆ ਤੇ ਗਾ ਕੇ ਪਰਮੇਸ਼ਰ ਨੂੰ ਪਾਇਆ। ਤੇ ਆਪਾਂ ਵੀ ਤੇ ਗਾਉਂਦੇ ਹੀ ਹਾਂ, ਆਪਾਂ ਪਾ ਲਿਆ। ਗਾਉਣਾ ਆ ਉਹਨੂੰ ਪਾਉਣ ਲਈ, ਕਮਾਉਣ ਲਈ ਨਹੀਂ। ਜਦੋਂ ਕੀਰਤਨ ਕਿਰਤ ਬਣ ਜਾਏਗਾ, ਨਾ ਉਹ ਕੀਰਤਨ ਰਹੇਗਾ ਤੇ ਨਾ ਹੀ ਕਿਰਤ ਰਹੇਗੀ। ਇਹ ਗਲਤੀ ਨਾ ਕਰਿਓ। ਅੱਜ ਸਿੱਖਦੇ ਨੇ ਪਏ ਮੁੰਡੇ, ਸਿੱਖਦੇ ਨੇ ਬੱਚੇ, ਸਿੱਖਦੇ ਨੇ, ਸਿੱਖ ਕੇ ਇਹਦੀ ਕੀਰਤਨ ਦੀ ਕੀਰਤ ਦੀ ਕਿਰਤ ਬਣਾ ਲਈ ਉਹਨਾਂ ਨੇ। ਨਹੀਂ, ਤੁਸੀਂ ਕਿੰਨੇ ਗੁਰਸਿੱਖਾਂ ਦਾ ਜੀਵਨ ਪੜ੍ਹੋ, ਭਾਈ ਲਾਲੋ ਜੀ ਕੀਰਤਨ ਕਰਦੇ ਹੀ ਹੋਣਗੇ, ਗੁਰੂ ਨਾਨਕ ਸਾਹਿਬ ਦੇ ਸਿੱਖ ਬਾਣੀ ਗਾਉਂਦੇ ਹੋਣਗੇ ਨਾ। ਹਰ ਇੱਕ ਨੂੰ ਗਾਉਣੀ ਪੈਂਦੀ ਏ ਬਾਣੀ। ਗੁਰ ਗਾਈ ਪਰਮਗਤ ਪਾਈ। ਨਹੀਂ ਗਾਓਗੇ ਤੇ ਪਰਮਗਤੀ ਨੂੰ ਵੀ ਪ੍ਰਾਪਤ ਨਹੀਂ ਹੋਵੋਗੇ। ਜ਼ਰੂਰੀ ਨਹੀਂ ਵਾਜੇ ਨਾਲ ਗਾਣੀ ਹੈ, ਵਾਜਾ ਨਹੀਂ ਵਜਾਣਾ ਆਂਦਾ ਤੇ ਗਾਣੀ ਨਹੀਂ। ਸਤਿਗੁਰ ਪੂਰੇ ਨਾਮ ਦਿਆ, ਆਨੰਦ ਮੰਗਲ ਕਲਿਆਣ ਸਦਾ ਸੁਖ, ਕਾਰਜ ਸਗਲਾ ਰਾਸ ਥੀਆ। ਫਿਰ ਪੰਕਤੀ ਆਉਂਦੀ ਹੈ, ਨਿਤ ਉਠ ਗਾਵੋ ਪ੍ਰਭ ਕੀ ਬਾਣੀ, ਨਿਤ ਉਠ ਗਾਵੋ। ਆ ਗਾਉਂਦੇ ਹੀ ਪਏ ਹੁਣ, ਏਦਾਂ ਗਾ ਲਓ, ਨਿਤ ਉਠ ਗਾਵੋ ਪ੍ਰਭ ਕੀ ਬਾਣੀ, ਨਿਤ ਉਠ ਗਾਵੋ। ਕੀ ਹੁਕਮ ਹੈ ਜੀ? ਰੋਜ਼ ਸਵੇਰੇ ਉੱਠ ਕੇ ਕੀ ਕਰੋ? ਗਾਉਂਦੇ ਹੋ? ਹਾਂਜੀ, ਕਿਹੜਾ ਕਿਹੜਾ ਗਾਉਂਦਾ ਜੀ? ਸਵੇਰੇ ਉੱਠਦੇ ਸਾਰੀ, ਮੂੰਹ ਵੀ ਨਹੀਂ ਧੋਤਾ, ਕੁਛ ਵੀ ਨਹੀਂ, ਬਿਸਤਰੇ ਤੋਂ ਜੇ ਉੱਠਿਆ ਹੀ ਹੈ, ਨਿਤ ਉੱਠ ਗਾਵੋ। ਅਜੇ ਕੋਈ ਨਹੀਂ ਕਿਹਾ ਨਹਾਵੋ ਜਾਂ ਕੁਛ ਇਸ਼ਨਾਨ ਕਰੋ, ਕੁਛ ਨਹੀਂ ਕਿਹਾ। ਉਹਨੇ ਕਿਹਾ ਉੱਠਦੇ ਸਾਰੀ ਗਾਵੋ। ਗਾਵੋਗੇ ਤੇ ਆਏਗਾ ਨਾ। ਗਾਵੋ ਗਾਵੋ ਦੁਲਹਨੀ ਮੰਗਲ ਚਾਰਾ, ਮੇਰੇ ਘਰ ਆਏ ਰਾਜਾ ਰਾਮ ਪਤਾਰਾ। ਪਹਿਲਾਂ ਗਾਵੋਗੇ ਫਿਰ ਹੀ ਰਾਜਾ ਰਾਮ ਆਏਗਾ। ਕੀ ਗੱਲ ਹੋ ਗਈ? ਪਤਾ ਬੋਰ ਹੋ ਗਈ। ਐਡੀ ਵੱਡੀ ਬਾਸੀ ਮੇਰੇ ਸਾਹਮਣੇ ਹੀ ਲੈ ਕੇ ਹਾਏ, ਬੋਲਣ ਵਾਲੇ ਦਾ ਤੇ ਦਿਲ ਹੀ ਟੁੱਟ ਜਾਂਦਾ ਵੀ ਮੈਂ ਸੁਆ ਹੀ ਦਿੱਤਾ ਇਹਨਾਂ ਨੂੰ। ਬੋਲੋ ਵਾਹਿਗੁਰੂ। ਦੇਖੀ ਉਹ ਗੱਲ ਤਾਂ ਉਹੀ ਹੈ ਨਾ ਜਿਹੜੀ ਮੈਂ ਕਹੀ ਆ, ਅੰਦਰ ਲੱਗਾ ਨਹੀਂ ਨਾ ਤੀਰ ਅੰਦਰ। ਵਾਹਿਗੁਰੂ 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 ਵਾਹਿਗੁਰੂ। ਨਿਤ ਉੱਠ ਗਾਵੋ, ਨਿਤ ਉੱਠ ਗਾਵੋ। ਬੋਲਦੇ ਨਹੀਂ। ਚਲੋ ਜੇ ਬੋਲਣ ਨੂੰ ਨਹੀਂ ਜੀ ਕਰਦਾ ਨਾ, ਉਹ ਵੀ ਮੈਂ ਦੱਸ ਦਿੰਦਾ ਜਿੰਨਾ ਕੁ ਮੈਨੂੰ ਪਤਾ ਹੈ। ਆ ਹੁਣ ਮੇਰੇ ਨਾਲ ਬੋਲੋ, ਅੰਮ੍ਰਿਤ ਬਚਨ ਗੁਰ ਸਤਿਗੁਰ ਕੀ ਬਾਣੀ, ਜੋ ਬੋਲੇ ਸੋ ਮੁਖ ਅੰਮ੍ਰਿਤ ਪਾਵੇ। ਜਿਹੜਾ ਬੋਲੇਗਾ ਮੂੰਹ 'ਚ ਕੀ ਪਾਏਗਾ ਜੀ? ਤੇ ਜਿਹੜਾ ਨਹੀਂ ਬੋਲੇਗਾ ਉਹ ਖਾਲੀ। ਬੋਲੀ ਨਹੀਂ ਨਾ, ਗਾਈ ਨਹੀਂ ਨਾ, ਤੇ ਹੁਣ ਸਵਾਦ ਕਿਵੇਂ ਆਵੇ? ਹੁਣ ਬਾਸੀਆਂ ਹੀ ਆਣੀਆਂ ਨੇ। ਜੇ ਗਾਓਗੇ ਤੇ ਗੁਣ ਗਾਵਤ ਗਾਵਤ ਭਏ ਨਿਹਾਲਾ, ਹਰ ਪ੍ਰੇਮ ਭਗਤ ਬਣ ਆਈ ਸੰਤੋ, ਖੋਜਤ ਖੋਜਤ ਲਾਲ ਇੱਕ ਪਾਇਆ, ਹਰ ਕੀਮਤ ਕਹਿਣ ਨਾ ਜਾਈ ਸੰਤੋ। ਗਾਉਂਦੇ 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 ਨਿਹਾਲ ਹੋ ਗਿਆ, ਪਤਾ ਹੀ ਨਹੀਂ ਲੱਗਿਆ ਕਦੋਂ ਨਿਹਾਲ ਹੋ ਗਿਆ।
ਪਹਿਲੀ ਸਟੇਜ ਤੇ ਗਾਉਣ ਦੀ ਏ, ਗਾਉਣੀ ਹੈ, ਗੁਰੂ ਲਈ ਗਾਉਣਾ ਹੈ। ਕਿਹਦੇ ਲਈ ਗਾਣਾ? ਭਾਈ ਮਰਦਾਨਾ ਜੀ ਨੇ ਇਕੱਲੇ ਹੀ ਸਿੱਖ ਨੇ ਸਿੱਖ ਪੰਥ ਦੇ ਵਿੱਚ ਜਿਨ੍ਹਾਂ ਨੇ 30 ਸਾਲ ਗੁਰੂ ਨਾਨਕ ਸਾਹਿਬ ਨੂੰ ਕੀਰਤਨ ਸੁਣਾਇਆ, ਹੋਰ ਕਿਸੇ ਨੂੰ ਨਹੀਂ ਸੁਣਾਇਆ। ਮਰਦਾਨਾ ਜੀ ਨੂੰ ਬਾਬਾ ਜੀ ਰਬਾਬ ਬਖਸ਼ਦੇ ਨੇ, ਤੇ ਕਹਿੰਦੇ ਲੈ ਮਰਦਾਨਾ ਪਕੜ ਰਬਾਬ। ਕਹਿੰਦਾ ਮੈਨੂੰ ਤੇ ਗਾਣਾ ਨਹੀਂ ਆਉਂਦਾ, ਮੈਨੂੰ ਤੇ ਰਾਗ ਨਹੀਂ ਆਉਂਦੇ। ਕਹਿੰਦੇ ਤੂੰ ਰਬਾਬ ਫੜ, ਰਾਗ ਆਪੇ ਆ ਜਾਣਗੇ। ਪੂਰਾ ਗੁਰੂ ਹੈ ਨਾ, ਤੁਸੀਂ ਫੜੋ ਤਾਂ ਸਹੀ ਵਾਜਾ, ਤੁਸੀਂ ਤਿਆਰ ਤਾਂ ਹੋਵੋ, ਗਾਉਣਾ ਆਪੇ ਆ ਜਾਏਗਾ। ਜਿਹੜੀ ਸੁਰ ਤੇ ਹੱਥ ਰੱਖੋਗੇ ਉਹ ਵਾਹਿਗੁਰੂ ਹੀ ਬੋਲਦੀ ਹੈ। ਰੱਖ ਕੇ ਵੇਖ ਲਿਓ ਵਾਜੇ ਦੀ ਸੁਰ ਤੇ ਹੱਥ, ਉੱਤੇ ਹੱਥ ਰੱਖਿਓ ਤੇ ਇਧਰੋਂ ਪੱਖਾ ਫੇਰਿਓ ਤੇ ਵੇਖਿਓ ਕੀ ਬੋਲਦੀ ਹੈ। ਜਿਹੜੀ ਮਰਜ਼ੀ ਸੁਰ ਤੇ ਹੱਥ ਰੱਖ ਲਿਓ, ਜਿੰਨੀਆਂ ਹੈਗੀਆਂ ਨੇ, ਜਿਹੜੀ ਸੁਰ ਤੇ ਹੱਥ ਰੱਖੋਗੇ ਉਹ ਕੀ ਬੋਲਦੀ ਹੈ? ਵਾਹਿਗੁਰੂ। ਲੋੜ ਹੀ ਨਹੀਂ। ਦਾਸ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਸੱਚੇ ਪਾਤਸ਼ਾਹ ਨੇ। ਮੈਨੂੰ ਵਾਜਾ ਵਜਾਉਣਾ ਨਹੀਂ ਆਉਂਦਾ, ਅਜੇ ਵੀ ਨਹੀਂ ਆਉਂਦਾ। ਉਹ ਬਸ ਇੱਕ ਸੁਰ ਤੇ ਹੱਥ ਰੱਖ ਲੈਣਾ ਤੇ ਬਸ। ਤੇ ਕਿਸੇ ਨੂੰ ਸਾਡੇ ਪਿੰਡ ਕੋਈ ਡੇਰਾ ਆ, ਤੇ ਉੱਥੇ ਕਦੇ ਕਦੇ ਮੈਂ ਚੱਲ ਜਾਂਦਾ ਸੀ। ਮੇਰੇ ਨਾਲ ਸਿੰਘ ਆ, ਕਹਿੰਦਾ ਉਹਨਾਂ ਨੂੰ ਕਹਿੰਦਾ ਬਾਬਾ ਜੀ ਸਾਡੇ ਜਥੇਦਾਰ ਨੂੰ ਵੀ ਕੋਈ ਸੁਰਾਂ ਸਿਖਾ ਦਿਓ। ਦੋ ਇੱਕ ਸੁਰ ਤੇ ਹੀ ਹੱਥ ਰੱਖ ਲੈਂਦਾ, ਤੇ ਉਹ ਕਹਿੰਦਾ ਇੱਕ ਨਾਲ ਹੀ ਜੁੜਨਾ, ਹੋਰ ਕਰਨੀਆਂ ਕੀ ਨੇ ਹੁਣ, ਇੱਕ ਤੋਂ ਬਾਅਦ ਜਾਣਾ ਕਿੱਥੇ ਆ? ਉਹ ਇੱਕ ਨਾਲ ਹੀ ਜੁੜਨਾ ਹੈ ਨਾ, ਇੱਕੋ ਹੀ ਸੁਰ ਚਾਹੀਦੀ ਹੈ ਨਾ। 7 ਸੁਰਾਂ ਕੀ ਕਰਨੀਆਂ ਨੇ? 7 ਵਿੱਚ ਤੇ ਇੱਕ ਹੀ ਕੱਢਣੀ ਹੈ ਬਾਅਦ ਚ। ਨਹੀਂ ਸਮਝ ਲੱਗੀ? ਇੱਕ ਨਾਲ ਜੁੜਨਾ ਆ। ਵਾਹਿਗੁਰੂ ਵਾਹਿਗੁਰੂ। ਉਹ ਗਾਇਆ ਕਰੋ ਵਾਹਿਗੁਰੂ ਵਾਹਿਗੁਰੂ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬੈਠ ਜਾ ਕਰੋ ਤੇ ਗਾਇਆ ਕਰੋ। ਇਹ ਨਾ ਸੋਚਿਆ ਕਰੋ ਕੌਣ ਸੁਣਨ ਆਇਆ ਹੈ। ਗੁਰੂ ਹੈਗਾ ਨਾ। ਆਪਾਂ ਕੀ ਕਹਿਣਾ? ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤਨਾ ਰਾਮਈਆ ਹਮ ਬਾਰਿਕ ਤੇਰਾ ਰਾਮਈਆ। ਤੇ ਫਿਰ ਕਿਹਨੂੰ ਕਹੋਗੇ ਹੁਣ? ਗੁਰੂ ਗ੍ਰੰਥ ਸਾਹਿਬ ਨੂੰ ਕਿ ਸੰਗਤ ਨੂੰ ਸੁਣਾਓਗੇ? ਗੁਰੂ ਗ੍ਰੰਥ ਸਾਹਿਬ ਨੂੰ ਨਾ। ਕਾਹੇ ਨਾ ਖੰਡ ਸਵਗਣ ਮੇਰਾ, ਉਹਦੇ ਸਾਹਮਣੇ ਬਹਿ ਕੇ ਗਾਓਗੇ ਨਾ ਰਾਮਈਆ ਹਮ ਬਾਰਿਕ ਤੇਰਾ, ਕਾਹੇ ਨਾ ਖੰਡ ਅਵਗਣ ਮੇਰਾ। ਸ਼ਾਇਦ ਸੁਣ ਲਵੇ। ਲੋਭ ਲਹਿਰ ਅਤਨੀਚਰ ਭਾਜੇ ਕਾਇਆ ਡੂਬੇ ਕੇਸਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਉਹਦੇ ਸਾਹਮਣੇ ਬਹਿ ਕੇ ਗਾਓਗੇ ਨਾ ਤਾਂ ਹੀ ਨਾ। ਨਹੀਂ ਸਮਝ ਲੱਗੀ? ਬੈਠੋਗੇ ਗਾਓਗੇ। ਜਿਹੜੇ ਮੰਨ ਲੈਂਦੇ ਨੇ ਉਹਨਾਂ ਦਾ ਬੇੜਾ ਪਾਰ ਹੋ ਜਾਂਦਾ। ਮੈਂ ਕਿਤੇ ਇੱਦਾਂ ਹੀ ਕੈਂਪ ਲਾਇਆ ਸੀ ਇੰਗਲੈਂਡ, ਉੱਥੇ ਮੈਨੂੰ ਲੈ ਗਏ, ਉੱਥੇ ਯੂਕੇ ਕੈਂਪ ਲਾਇਆ। ਉੱਥੇ ਕਿਤੇ ਇੱਦਾਂ ਹੀ ਮੈਂ ਉਹਨਾਂ ਨੂੰ ਕਿਹਾ, ਸਹਿਜ ਸੁਭਾਏ ਕਹਿ ਜਾਂਦੇ ਨੇ ਹੈ ਨਾ, ਗੁਰੂ ਸਾਹਿਬ ਜੋ ਕਹਾਉਂਦੇ ਨੇ ਅਸੀਂ ਕਹਿ ਦਿੰਦੇ ਹਾਂ ਸਹਿਜ ਸੁਭਾਏ। ਮੈਂ ਕਿਹਾ ਤੁਹਾਨੂੰ ਟੈਲੀਫੋਨ ਕਰਨਾ ਸਿਖਾਈਏ ਰੱਬ ਨੂੰ। ਇਹ ਰੱਬ ਨੂੰ ਸਾਹਮਣੇ ਬਿਠਾ ਕੇ ਗੱਲਾਂ ਕੀਤੀਆਂ ਨੇ। ਸੁਤ ਅਪਰਾਧ ਕਰਤ ਹੈ ਜੇ ਤੇ, ਸਾਹਮਣੇ ਬਿਠਾ ਕੇ। ਜਨਨੀ ਚੀਤ ਨਾ ਰੱਖ ਸਥਿਤੇ। ਵਾਹਿਗੁਰੂ ਸੱਚੇ ਪਾਤਸ਼ਾਹ ਤੂੰ ਮਾਂ ਨਾਲੋਂ ਵੀ ਮਾੜਾ ਹੈ। ਮਾਂ ਜਿੰਨਾ ਦਰਦ ਵੀ ਨਹੀਂ ਰੱਖਦਾ। ਮਾਂ ਆਪਣੇ ਪੁੱਤ ਦੇ ਕੋਈ ਔਗਣ ਚੇਤਾ ਨਹੀਂ ਰੱਖਦੀ, ਤੇ ਤੂੰ ਹੇ ਰਮਈਆ, ਹੇ ਰਮਿਆ ਹੋਇਆ ਵਾਹਿਗੁਰੂ, ਮੈਂ ਤੇਰਾ ਪੁੱਤਰ ਹਾਂ ਤੇ ਤੂੰ ਮਾਂ, ਤੂੰ ਵੀ ਮਾਂ ਜਿੰਨੇ ਗੁਣ ਵੀ ਨਹੀਂ ਹੈਗੇ ਉਹਦੇ ਚ। ਮਾਂ ਆਪਣੇ ਬੱਚੇ ਨੂੰ ਬਖਸ਼ ਦਿੰਦੀ ਤੇ ਉਹ ਨਹੀਂ ਬਖਸ਼ੇਗਾ। ਪਰ ਤੁਹਾਨੂੰ ਮੰਗਣਾ ਤੇ ਪਏਗਾ ਨਾ, ਤੁਹਾਨੂੰ ਸੁਧਰਨਾ ਤੇ ਪਏਗਾ ਨਾ। ਇਹ ਥੋੜੀ ਤੂੰ ਰੋਜ਼ ਹੀ ਆ ਕੇ ਕਹੇਗਾ ਹਾਂ ਮੈਂ ਵਗਣ ਭਰੇ ਇੱਕ ਗੁਣ ਨਹੀਂ। ਕਰਦੇ ਹੋ ਨਾ? ਹਾਂਜੀ, ਰੋਜ਼ ਹੀ, ਰੋਜ਼ ਰੋਜ਼ ਹਮ ਅਵਗਣ ਭਰੇ, ਤੇ ਉਹ ਕੀ ਕਹੇਗਾ ਫਿਰ? ਛੱਡ ਦੇਣਾ, ਛੱਡ ਦੇਣਾ। ਫਿਰ ਸ਼ੋਭਾ ਥੋੜਾ ਦਿੰਦਾ ਆਪਾਂ ਰੋਜ਼ ਹੀ ਕਹੀਏ ਹਾਂ ਅਵਗਣ ਭਰੇ। ਅਰੇ ਫਿਰ ਚੇਤਾ ਵੀ ਕਰੋ ਨਾ, ਜਿਨ੍ਹਾਂ ਦੇ ਇਹ ਬੋਲ ਨੇ, ਜਿਨ੍ਹਾਂ ਦੇ ਇਹ ਬੋਲ ਨੇ, ਉਹਨਾਂ 'ਚ ਕੋਈ ਔਗਣ ਹੈਗਾ? ਸਮਝ ਲੱਗੀ ਮੇਰੀ ਗੱਲ ਦੀ? ਕੋਈ ਮੇਰੇ ਵਿੱਚ ਔਗਣ ਭਰੇ ਹੋਣ ਤੇ ਮੈਂ ਜਾ ਕੇ ਕਵਾਂ ਹਮ ਅਵਗਣ ਭਰੇ, ਤੇ ਉਹ ਕੀ ਕਹੇਗਾ ਫਿਰ? ਹੈਗਾ ਨਾ। ਮੇਰੇ ਵਿੱਚ ਕੋਈ ਔਗਣ ਨਾ ਹੋਵੇ, ਮੈਂ ਕਹਾਂ ਹਾਂ ਅਪਰਾਧੀ ਗੁਨਾਹਗਾਰ ਹਾਂ ਬੇਮੁਖ ਮੰਦਾ। ਭਾਈ ਗੁਰਦਾਸ ਜੀ ਕਹਿੰਦੇ ਨਾ, ਭਾਈ ਗੁਰਦਾਸ ਜੀ ਏਦਾਂ ਦੇ ਸੀ।
ਵਡਿਆਈ ਇਹ ਆ ਵੀ ਇਦਾਂ ਦੇ ਨਹੀਂ ਤਾਂ ਵੀ ਕਹਿ ਰਹੇ ਨੇ। ਵਡਿਆਈ ਇਹ ਆ ਔਗਣ ਇੱਕ ਨਹੀਂ ਤੇ ਕਹਿ ਰਹੇ ਨੇ ਹਮ ਅਵਗਣ ਭਰੇ। ਮੈਂ ਅਵਗਣਾਂ ਦਾ ਭਰਿਆ ਕਵਾਂ ਹਮ ਅਵਗਣ ਭਰੇ ਏਕ ਗੁਣ ਨਹੀਂ, ਤੇ ਗੁਰੂ ਨੂੰ ਤਾਂ ਪਤਾ ਹਾਂ ਤੂੰ ਭਰਿਆ ਹੀ। ਗੁਰੂ ਨੂੰ ਤਾਂ ਪਤਾ ਵੀ ਤੁਸੀਂ ਤਾਂ ਭਰੇ ਹੀ ਔਗਣਾਂ ਦੇ, ਤੇ ਰੋਜ਼ ਆ ਕੇ ਇੱਥੇ ਕਰਨੇ ਕਿਉਂ ਹੈ? ਜਾਂ ਛੱਡ ਦੇ। ਫਿਰ ਗੁਰੂ ਕੀ ਕਹੇਗਾ? ਛੱਡ ਦੇ। ਤੂੰ ਸਾਵਧਾਨ ਜਰਾ ਖੜੀ ਹੋ ਕਰ, ਇੱਕ ਵਾਰੀ ਸਿੱਧੀ ਹੋ ਕੇ ਕਹਿੰਦਾ ਆਹ ਸਿੱਧੀ ਹੋ, ਪਿੱਠ ਸਿੱਧੀ ਕਰ, ਵਾਹਿਗੁਰੂ। ਹਾਂ ਵਾਹਿਗੁਰੂ। ਇੱਧਰ ਇੱਧਰ ਮੇਰੇ ਹਾਲ, ਤੁਸੀਂ ਕਹਿੰਦੇ ਇੱਧਰ ਨਹੀਂ ਵੇਖਦਾ, ਭਾਵੇਂ ਨਾਮ ਹੀ ਵੇਖਾਂ ਕੋਈ ਗੱਲ ਨਹੀਂ, ਤਾਂ ਮੈਨੂੰ ਪਤਾ ਹੈ। ਵਾਹਿਗੁਰੂ 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 ਵਾਹਿਗੁਰੂ। ਰੋਜ਼ ਕਹੋਗੇ ਤੇ ਗੁਰੂ ਕਹੇਗਾ ਆਪਣੀ ਪ੍ਰਤੀਤ ਆਪ ਹੀ ਖੋਵੈ ਬੌਰ ਉਸਕਾ। ਰੋਜ਼ ਹੀ ਆ ਜਾਂਦਾ ਮੂੰਹ ਚੁੱਕ ਕੇ। ਤੁਹਾਡੇ ਕੋਲ ਕੋਈ ਰੋਜ਼ ਹੀ ਬੰਦਾ ਆਵੇ ਵੀ ਆਹ ਗੱਲ ਹੈ ਉਹੀ ਰੋਜ਼ ਗੱਲ ਕਰੇ, ਤੁਸੀਂ ਕੀ ਕਹੋਗੇ? ਰੋਜ਼ ਹੀ ਆ ਜਾਂਦਾ ਕਹੋਗੇ ਨਾ? ਨਹੀਂ ਕਹੋਗੇ ਵੀ ਰੋਜ਼ ਇੱਕੋ ਹੀ ਗੱਲ ਕਰਨ ਆ ਜਾਣਾ ਤੂੰ? ਤੇ ਗੁਰੂ ਸਾਹਿਬ ਵੀ ਕਹਿਣਗੇ ਭਾਈ ਕੱਲ ਤੂੰ ਕਹਿ ਕੇ ਗਿਆ ਸੀ ਹਮ ਅਵਗਣ ਭਰੇ, ਤੇ ਮੈਂ ਤੈਨੂੰ ਕਿਹਾ ਸੀ ਛੱਡ ਦੇ, ਛੱਡੇ ਤਾਂ ਤੂੰ ਹੈ ਨਹੀਂ, ਅੱਜ ਫੇਰ ਆ ਗਿਆ। ਛੱਡ ਦੋ ਅਵਗਣ, ਛੋੜ ਗੁਣਾ ਕੋ ਧਾਵੋ, ਕਰ ਅਵਗਣ ਪਛਤਾਹੀ ਜਿਓ। ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾ ਵੋ ਕਾਹੀ ਜਿਓ। ਅਵਗਣ ਛੱਡੋ, ਗੁਣਾ ਦੀ ਦੌੜ ਭੱਜ ਕਰੋ, ਗੁਣ ਇਕੱਠੇ ਕਰੋ। ਸੋਏ ਰਹੀ ਪ੍ਰਭ ਖਬਰ ਨ ਜਾਣੀ, ਭੋਰ ਪਿਆ ਬਹੁੜ ਪਛਤਾਨੀ। ਸੁੱਤੇ ਹੀ ਪਰਮਾਤਮਾ ਦਾ ਪਤਾ ਹੀ ਨਹੀਂ ਲੱਗਿਆ, ਬੁੱਢੇ ਹੋ ਗਏ ਹੁਣ ਪਛਤਾਨੇ ਆ, ਚੌਂਕੜੀ ਨਹੀਂ ਲੱਗਦੀ। ਜਵਾਨੀ ਗਵਾਲੀ, ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ ਲੇਖਾ ਤੂੰ ਆਹੋ। ਅਰੇ ਪੜ੍ਹ ਤੇ ਲਿਆ ਨਾ, ਇਹਨੂੰ ਆਪਣੇ ਤੇ ਅਮਲ 'ਚ ਲੈ ਆਓ ਨਾ। ਬਾਬਾ ਫਿਰ ਬਾਬਾ ਮੱਕੇ ਗਿਆ, ਮੱਕੇ ਗਿਆ ਸੀ ਨਾ, ਤੇ ਉਹ ਕਹਿੰਦੇ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ, ਕਹਿੰਦੇ ਕੌਣ ਵੱਡਾ ਹੈ? ਆਪਣੀ ਜਿਹੜੀ ਤੂੰ ਲਿਖੀ ਫਿਰਦਾ ਪੋਥੀ, ਇਹਨੂੰ ਪੜ੍ਹ ਕੇ ਦੱਸ ਵੀ ਹਿੰਦੂ ਵੱਡਾ ਹੈ ਕਿ ਮੁਸਲਮਾਨ ਵੱਡਾ ਹੈ? ਤੇ ਬਾਬੇ ਨੇ ਕੀ ਆਖਿਆ? ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੂ। ਤੇ ਜੇ ਅੱਜ ਬਾਬਾ ਲਿਖੇਗਾ, ਉਦੋਂ ਤੇ ਦੋ ਹੀ ਫਿਰਕੇ ਸੀ, ਸ਼ੁਭ ਅਮਲਾਂ ਬਾਜੂ ਤਿੰਨੋਂ ਰੋਈ। ਜੇ ਅੱਜ ਬਾਬਾ ਬੋਲੇਗਾ ਤਾਂ ਕੀ ਬੋਲੇਗਾ? ਸ਼ੁਭ ਅਮਲਾਂ ਬਾਜੂ। ਅਰੇ ਸਿੱਖ ਅਮਲ ਨਹੀਂ ਕਰਦਾ ਉਹਦਾ ਲਿਹਾਜ਼ ਹੋਏਗਾ? ਕਿਸੇ ਦਾ ਕੋਈ ਲਿਹਾਜ਼ ਨਹੀਂ। ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਵਕੜੇ ਜਮਾਲਿਆ, ਥਾਉ ਨਾ ਪਾਨ ਕੂੜਿਆਰ ਮੁਕਾਲੇ ਦੋ ਜਗ ਚਾਲਿਆ। ਤੇਰੇ ਨਾਏ ਰੱਤੇ ਸੇ ਜਣ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾ ਵੈ। ਲਿਹਾਜ਼ ਹੈਗਾ ਕਿਸੇ ਦਾ? ਬੋਲੋ ਵਾਹਿਗੁਰੂ 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 ਵਾਹਿਗੁਰੂ। ਜਿਨ੍ਹਾਂ ਦੀ ਪ੍ਰੀਤ ਲੱਗੀ ਹੈ ਨਾ, ਉਹਨਾਂ ਨੂੰ ਪੜ੍ਹੋਗੇ ਨਾ, ਫਿਰ ਤੁਹਾਨੂੰ ਪਤਾ ਲੱਗੇਗਾ ਪ੍ਰੀਤ ਹੈ ਕੀ। ਉਹ ਕਹਿੰਦੇ ਪਾਣੀ ਅੰਨ ਨਾ ਭਾਵੈ, ਮਰੀਏ ਬਿਨ ਫਿਰ ਕਿਉਂ ਸੁਖ ਪਾਈਏ। ਬਿਨਾਂ ਪ੍ਰਾਪਤੀ ਤੋਂ ਕਿਵੇਂ ਸੁਖ? ਕਿਹੜਾ ਸੁਖ? ਜਿਹਨੂੰ ਤੁਸੀਂ ਸੁਖ ਸਮਝਦੇ ਪਏ ਹੋ, ਇਹ ਅੱਜ ਸੁਖ ਹੈ, ਕੱਲ ਨੂੰ ਇੰਨੇ ਹੀ ਦੁੱਖ ਬਣ ਜਾਣਾ ਹੈ। ਜਿਹੜੇ ਮੈਂ ਇੱਕ ਵਾਰ ਇੰਗਲੈਂਡ ਗਿਆ, ਉਹਨਾਂ ਨੇ ਮੈਨੂੰ ਘਰ ਲੈ ਗਏ ਆਪਣੇ, ਉਹਨਾਂ ਦਾ ਗੱਦਾ 25-26 ਇੰਚ ਦਾ, ਉਹਨਾਂ ਨੇ ਮੈਨੂੰ ਗੱਦਾ ਜਿੱਤੇ ਉਹਨਾਂ ਮੈਨੂੰ ਪਾਤਾ। ਹੁਣ ਮੈਂ ਇੱਥੇ ਬੋਲ ਵਾਹਿਗੁਰੂ, ਪਿੰਡਾਂ ਦਾ ਰਹਿਣ ਵਾਲਾ ਹਾਂ, ਆਪਾਂ ਤੇ ਉਹੋ ਜਿਹੇ ਗੱਦੇ ਕਦੀ ਵੇਖੇ ਵੀ ਨਹੀਂ। ਦੇਸੀ ਜੀ ਲਾਈਫ, ਟੁੱਟੀਆਂ ਮੰਜੀਆਂ ਤੇ ਸੌਣ ਵਾਲੇ। ਮੈਨੂੰ ਨੀਂਦ ਨਾ ਆਵੇ, ਮੈਂ ਚੁੱਕ ਕੇ ਥੱਲੇ ਕੰਬਲ ਸੁੱਟਿਆ ਤੇ ਉੱਥੇ ਥੱਲੇ ਬਹਿ ਗਿਆ 2 ਘੜੀ, ਜਿਹੜਾ ਮੇਰਾ ਜਿੰਨਾ ਕੁ ਪੈਣਾ ਸੀ। ਸਵੇਰੇ ਮੈਨੂੰ ਪੁੱਛਦੇ, ਕਹਿੰਦੇ ਕਿੱਦਾਂ ਭਾਈ ਸਾਹਿਬ ਜੀ? ਮੈਂ ਕਿਹਾ ਦੁੱਖ, 23 ਇੰਚ ਦਾ ਗੱਦਾ ਦੁੱਖ, ਇਹ ਮੈਨੂੰ ਦੇ ਦਿੱਤਾ, ਤੇ ਮੈਨੂੰ ਇੱਥੇ ਸੁੱਖ ਕਿਵੇਂ ਮਿਲੇ? ਇਹ ਤਾਂ ਤਿਆਗ ਦਿੱਤਾ ਹੈ। ਕਦੋਂ ਦਾ ਤਿਆਗ ਦਿੱਤਾ ਹੈ?
ਕਦੋਂ ਦੇ ਤਿਆਗ ਤੇ। ਦੁੱਖ ਦਾ ਯਤਨ ਕਰੋਗੇ ਤਾਂ ਸੁੱਖ ਮਿਲੇਗਾ। ਦੁੱਖ ਦਾਰੂ ਸੁੱਖ ਰੋਗ ਪਿਆ। ਦੁੱਖ ਦਾ ਯਤਨ ਕਰਨਾ ਹੈ। ਸਿੱਧੇ ਹੋ ਕੇ ਬੈ, ਸਿੱਧਾ ਹੋ ਕੇ ਪੁੱਤ, ਏਦਾਂ ਨਹੀਂ। ਜੇ ਨਹੀਂ ਤੇ ਨੀਂਦ ਜ਼ਿਆਦਾ ਆਉਂਦੀ, ਜਾ ਤੈਨੂੰ ਛੁੱਟੀ, ਜਾ ਕੇ ਸੌਣਾ ਬਿਸਤਰੇ ਤੇ ਜਾ ਕੇ। ਐਵੇਂ ਨਹੀਂ, ਸਿੱਧਾ ਹੋ ਕੇ ਬਹਿਣਾ ਬਸ। ਸਾਵਧਾਨ ਕਾਗਰ ਚੀ। ਮੈਂ ਜੇ ਐਵੇਂ ਹੋ ਜਾ ਤੇ ਫਿਰ ਐਂ ਕਰਕੇ ਤੁਹਾਨੂੰ ਸੁਣਾਵਾਂ ਚੰਗਾ ਲੱਗੇਗਾ ਹੈ? ਤੇ ਜੇ ਤੁਸੀਂ ਐਂ ਹੀ ਹੋ ਜਾਓ ਸਾਰੇ, ਤੇ ਫਿਰ ਮੈਂ ਕੀ ਬੋਲਣਾ? ਨਹੀਂ, ਮੈਂ ਵੀ ਸਾਵਧਾਨ ਹਾਂ ਤੇ ਤੁਸੀਂ ਵੀ ਸਾਵਧਾਨ ਹੋ ਕੇ ਸੁਣੋ। ਕਿਸੇ ਨੂੰ ਨਹੀਂ ਇਜਾਜ਼ਤ ਵੀ ਐ ਹੋ ਜਾਏ। ਮਾਫ ਕਰਨਾ ਮੈਨੂੰ ਹੈ। ਇੱਕ ਦਿਨ ਹੋ ਹੀ ਜਾਣਾ ਹੈ। ਇੱਕ ਦਿਨ ਸੌਣ ਹੋਏਗਾ। ਉਹ ਕਿਸੇ ਨੇ ਵੀ ਨਹੀਂ ਠਾਣਾ। ਆਹੀ ਮੌਕਾ ਆ, ਹੁਣ ਹੀ ਮੌਕਾ ਹੈ ਤੁਹਾਡੇ ਕੋਲ। ਆਹੀ ਸਵਾਸ ਹੈ, ਇੱਕੋ ਹੀ ਸਵਾਸ ਹੈ। ਇਹਨੂੰ ਹੀ ਕਹੇ ਵਾਹਿਗੁਰੂ। ਜੀਣਾ ਸਿੱਖ ਲੈ ਇੱਕ ਸਵਾਸ ਵਿੱਚ। ਵਾਹਿਗੁਰੂ ਇੱਕੋ ਹੀ ਸਵਾਸ ਹੈ। ਸਾਰੀ ਦੁਨੀਆ ਜਾਂ ਪਾਸਟ 'ਚ ਰੋਂਦੀ ਫਿਰਦੀ ਹੈ ਜਾਂ ਫਿਊਚਰ 'ਚ ਰੋਂਦੀ ਫਿਰਦੀ ਹੈ। ਜਿੰਨੀ ਸਾਰੀ ਦੁਨੀਆ ਸਾਰੀ ਜਾਂ ਪਾਸਟ 'ਚ ਜੀ ਰਹੀ ਹੈ ਜਾਂ ਫਿਊਚਰ 'ਚ ਜੀ ਰਹੀ ਹੈ। ਪਾਸਟ 'ਚ ਕੁਛ ਵਿਗੜ ਗਿਆ ਹੈ ਜਾਂ ਕੁਛ ਚੰਗਾ ਹੋ ਗਿਆ, ਉਹਦੇ ਬਾਰੇ ਸੋਚੀ ਜਾਂਦੇ ਨੇ। ਮੇਰਾ ਆਹ ਵਿਗੜ ਗਿਆ ਜੀ, ਕਿਸੇ ਨਾਲ ਝਗੜਾ ਹੋ ਗਿਆ ਜੀ, ਘਰ ਆ ਕੇ ਲੜੀ ਜਾਂਦੇ ਨੇ, ਮੈਂ ਤਾਂ ਗੱਲ ਘੁੱਟ ਦੇਣਾ ਸੀ। ਹੁਣ ਤਾਂ ਤੂੰ ਘਰ ਆ ਗਿਆ, ਕਿਹਦਾ ਗੱਲ ਘੁੱਟਣਾ ਹੁਣ ਤੂੰ? ਦਿਮਾਗ 'ਚ ਲੜਾਈ ਚੱਲਣ ਰਹੀ ਹੈ। ਦਿਮਾਗ ਵਿੱਚ ਉਹ ਪਾਸਟ ਚੱਲਣ ਡਿਆ ਹੈ ਜਾਂ ਫਿਊਚਰ ਦੇ ਸੁਪਨੇ ਸਜਾ ਰਹੇ ਨੇ। ਮੁੰਡਾ ਜੰਮਿਆ ਨਹੀਂ ਅਜੇ, ਵੱਡਾ ਹੋਵੇਗਾ ਤੇ ਡਾਕਟਰ ਬਣਾਵਾਂਗੇ। ਇਹੀ ਹੈ ਨਾ। ਤੇ ਖਰਾਬ ਕੀ ਹੋਇਆ ਹੈ? ਪ੍ਰੈਜ਼ੈਂਟ। ਤੇ ਪ੍ਰੈਜ਼ੈਂਟ ਕਿੰਨਾ ਹੈ ਤੁਹਾਡੇ ਕੋਲ? ਸਿਆਣੇ ਹੋ ਤੁਸੀਂ, ਸੰਗਤ ਚਾਹੁੰਦੇ ਹੋ। ਇੱਕਦਮ ਹਮ ਆਦਮੀ ਹਾਂ ਤੇ ਬੋਲੋ ਵਾਹਿਗੁਰੂ ਰੂ 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 ਰੂ। ਕੋਈ ਚਿੰਤਾ ਹੈਗੀ ਹੁਣ ਹੈਗੀ ਕੋਈ ਚਿੰਤਾ? ਕੋਈ ਦੁੱਖ ਹੈਗਾ? ਜਿਹਨੂੰ ਇੱਕ ਸਵਾਸ ਸੇ ਜੀਣਾ ਆ ਗਿਆ, ਉੱਥੇ ਕੋਈ ਨਾ ਦੁੱਖ ਹੈ, ਉੱਥੇ ਨਾ ਕੋਈ ਭੁੱਖ ਹੈ, ਨਾ ਕੋਈ ਚਿੰਤਾ ਹੈ, ਨਾ ਕੋਈ ਸੈਂਸਾ ਹੈ, ਨਾ ਕੋਈ ਤਕਲੀਫ ਹੈ, ਨਾ ਕੋਈ ਰੁਕਾਵਟ ਹੈ। ਕੁਛ ਨਹੀਂ ਹੈ ਉੱਥੇ, ਤਾਂ ਸੁੱਖ ਹੀ ਸੁੱਖ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਬੈਠਾ ਯਾਰੇ ਥੱਲੇ ਬੋਲ ਰਿਹਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਹਨਾਂ ਨੂੰ ਆਰੇ ਨਾਲ ਚੀਰਿਆ ਜਾ ਰਿਹਾ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਪਿੰਜਰੇ ਦਾ ਮੂੰਹ ਉਹਨਾਂ ਦੇ ਆਰੇ ਵੱਲ ਕਰ ਦਿੱਤਾ ਹੈ। ਰੂਹ ਸਾੜੇ ਜਾ ਰਹੇ ਨੇ, ਲਪੇਟ ਕੇ ਦੇਗ ਚ ਬਾਲੇ ਜਾ ਰਹੇ ਨੇ। ਤੇ ਮਹਾਰਾਜ ਜਦੋਂ ਉਹਨਾਂ ਦੀ ਸ਼ਹੀਦੀ ਹੋ ਗਈ ਤੇ ਮਹਾਰਾਜ ਮੁਸਕਰਾਏ ਤੇ ਉਹਨਾਂ ਨੂੰ ਕਹਿੰਦੇ ਜਦੋਂ ਆਪਣੇ ਤੇ ਬੀਤੇਗੀ ਨਾ ਫਿਰ ਪਤਾ ਲੱਗੇਗਾ। ਤੇ ਮਹਾਰਾਜ ਕਹਿੰਦੇ ਚਿੰਤਾ ਤਾ ਕੀ ਕੀਜੀਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਚਿੰਤਾ ਤਾਂ ਕਰੀ ਨਾ ਜੇ ਕੋਈ ਅਣਹੋਣੀ ਹੁੰਦੀ ਹੋਵੇ। ਤੇ ਇਹ ਤੇ ਸਭ ਹੋਣੀ ਹੈ, ਹੋਣਾ ਹੀ ਆ, ਏਦਾਂ ਹੀ ਹੋਣਾ ਹੈ। ਅਣਹੋਣੀ ਤਾਂ ਕੁਛ ਹੈ ਨਹੀਂ। ਜੋ ਉਪਜੋ ਸੁਬਿੰਸ ਹੈ ਪਰੋ आज के काल, नानक हर गुण गाए लै छाड़ सगल जंजाल। मुस्कुराए क्यों महाराज? किसी दी शहीदी ते कोई मुस्कुराउंदा? पास हो गए। किसी प्रिंसीपल दे जो कोई मास्टर टीचर कोई भी होवे, जदों ओहदे स्टूडेंट फस्ट क्लास लैके पास होंदे ने, टीचर नूं किन्नी खुशी हुंदी। गुरु गोबिंद सिंह महाराज ने चमकौर की गढ़ी विच अजीत सिंह नूं अपने हत्थी तैयार करके जंग के मैदान में भेज दिता। साहिबजादा अजीत सिंह जी शहीद हो जाते ते गुरु गोबिंद सिंह महाराज चमकौर की गढ़ी जकारा छड्डदे ने, बोले सोनियाल। कोई पुत दी मौत ते जकारा छड्डदा वेखिया? क्यों? पास हो गया ना, पास हो गया ना। सिक्खी दे इम्तिहान चू भज्या नहीं। सारे गांदे सूरा सो पहचानिए जो लर। अरे उन्हां लई गांदे हो, तुसी कदों सूरमे बनना है? आप भजे आनंद तू गगन दमामा बाजियो किथे वज्या है? इत्थे वजना है। पर निशाने घाओ, इत्थे घाओ होना है। केड़ा खेत, केड़ा गगन दमामा, केड़ा घाओ, बस सारे गगन दमामा बाजियो किथे वज्या? तेरे सामने कोई वज्या भी है? कदी जंग के मैदान में उतरिया भी है?
ਅਜੇ ਤੇ ਢਾਇਆ ਹੋਇਆ ਪੰਜਾਂ ਨੇ। ਕਦੇ ਜੂਝਿਆ ਵੀ ਹੈ ਮੈਦਾਨੇ ਜੰਗ ਵਿੱਚ? ਕਦੇ ਮਨ ਕੀਤਾ ਹੋਵੇ ਪਰਾਇਆ ਧਨ ਨੂੰ ਚੋਰੀ ਕਰਨ ਨੂੰ, ਪਰਾਇਆ ਧਨ ਦੇਖਣ ਨੂੰ? ਕਦੇ ਮਨ ਕੀਤਾ ਹੋਵੇ, ਕਦੇ ਮੌਕਾ ਮਿਲਿਆ ਹੋਵੇ ਤੇ ਫਿਰ ਤੂੰ ਪਾਸ ਹੋ ਜਾਵੇਂ? ਫਿਰ ਤੇ ਹੋਇਆ ਨਾ ਤੂੰ ਜੂਝਿਆ ਹੈ। ਤੇ ਜੇ ਮੈਦਾਨੇ ਜੰਗ ਚ ਆਇਆ ਹੀ ਨਹੀਂ, ਜੂਝਿਆ ਕਿੱਥੇ ਆ? ਜੇ ਜੰਗ ਤਾਂ ਹਰ ਵੇਲੇ ਹੋ ਰਹੀ ਹੈ ਵਿਕਾਰਾਂ ਨਾਲ। ਆਪਣੇ ਅੰਦਰ ਜੰਗ ਹਰ ਵੇਲੇ ਚੱਲ ਰਹੀ ਹੈ। ਇਸ ਦੇਹੀ ਅੰਦਰ ਪੰਚ ਚੋਰ ਬਸੇ ਕਾਮ ਕਰੋ ਲੋ ਮੋਹ ਹੰਕਾਰਾ। ਤੇ ਕੀ ਲੁੱਟ ਲਿਆ ਉਹਨਾਂ ਨੇ? ਅੰਮ੍ਰਿਤ ਲੁੱਟੈ ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰਾ। ਅੰਮ੍ਰਿਤ ਲੁੱਟਿਆ ਜਾ ਰਿਹਾ ਹੈ ਤੇ ਖੋਛੇ ਭੰਗੜਾ ਪਾ ਰਿਹਾ। ਰਾਜ ਰੰਗ ਮਾਲ ਰੰਗ ਰੰਗ ਰਤਾ ਨੱਚੇ ਨੰਗ, ਨਾਨਕ ਠੱਗਿਆ ਮੁੱਠਾ ਜਾਏ, ਬਿਨ ਨਾਵੇਂ ਪੱਤ ਗਿਆ ਗਵਾਏ। ਬੜਾ ਨੱਚਦਾ ਪਿਆ। ਨੱਚਦੇ ਦੇਖੇ ਨਾ? ਵਿਆਹਾਂ ਸ਼ਾਦੀਆਂ ਜਾਂਦੇ ਹੋ ਆਪਣੇ ਰਿਸ਼ਤੇਦਾਰਾਂ ਦੇ, ਜਾਂਦੇ ਹੁੰਦੇ ਆ ਨਾ? ਹਾਂਜੀ, ਬੋਲਦੇ ਨਹੀਂ ਹੁਣ। ਹਾਂਜੀ, ਜਾਇਆ ਕਰੋ, ਬੋਲੋ ਵਾਹਿਗੁਰੂ। ਤੇ ਜੇ ਉੱਥੇ ਮੌਤ ਹੋ ਗਈ ਤੇ ਫਿਰ ਉਸ ਪੈਲਸ ਵਿੱਚ ਜੇ ਤੁਹਾਡੀ ਮੌਤ ਹੋ ਜੇ ਤੇ ਫਿਰ ਕਿੱਥੇ ਜਾਓਗੇ? ਕਿੱਥੇ ਜਾਣਾ ਇਹਨਾਂ ਕਹਿੰਦਾ? ਰੱਬ ਕੋਲ। ਠੀਕ ਹੈ, ਸਹੀ ਗੱਲ ਹੈ। ਬੋਲੋ ਵਾਹਿਗੁਰੂ ਵਾਹਿਗੁਰੂ। ਇੱਕ ਇੰਗਲੈਂਡ ਤੋਂ ਮੈਨੂੰ ਫੋਨ ਕਰਦਾ ਇਹਦੇ ਵਰਗਾ, ਭਾਈ ਸਾਹਿਬ ਜੀ ਮੇਰਾ ਇੱਕ ਸਵਾਲ ਹੈ। ਮੈਂ ਕਹਾਂ ਜੀ ਦੱਸੋ। ਜੇ ਮੈਨੂੰ ਆਉਂਦਾ ਹੋਇਆ ਤੇ ਦੱਸ ਦਾਂਗਾ, ਨਹੀਂ ਆਉਂਦਾ ਤੇ ਮਾਫੀ ਮੰਗ ਲਾਂਗਾ। ਬੋਲੋ ਵਾਹਿਗੁਰੂ। ਕਿਸੇ ਹੋਰ ਗੁਰਸਿੱਖ ਨੂੰ ਪੁੱਛ ਕੇ ਦੱਸ ਦਾਂਗਾ। ਇਹ ਜੀ ਮੈਂ ਮੇਰੀ ਮਾਸੀ ਦੀ ਭੂਆ ਦਾ ਪਤਾ ਨਹੀਂ ਵਿਆਹ ਆ ਕਿਸੇ ਮੁੰਡੇ ਦਾ, ਤੇ ਪੈਲਸ ਉਹਨਾਂ ਨੇ ਬੁੱਕ ਕਰਾਇਆ ਤੇ ਮੈਂ ਪੈਲਸ 'ਚ ਜਾ ਸਕਦਾ? ਮੈਂ ਕਿਹਾ ਚਲਾ ਜਾਈ। ਖੁਸ਼ ਹੋ ਗਿਆ ਹੈ ਨਾ ਵੀ ਹੁਣ ਪਾਪ ਲੱਗੇਗਾ ਤੇ ਭਾਈ ਸਰਜੀਤ ਸਿੰਘ ਨੂੰ। ਤੁਸੀਂ ਤਾਂ ਹੀ ਮੈਨੂੰ ਸਵਾਲ ਪੁੱਛਦੇ ਹੋ ਨਾ ਵੀ ਤੁਹਾਡਾ ਤੇ ਮਨ ਹੌਲਾ ਹੋ ਗਿਆ। ਹੁਣ ਜਿਹੜਾ ਪਾਪ ਲੱਗੇਗਾ ਪੇ ਇਹਨੂੰ ਲੱਗੇਗਾ। ਜੇ ਕੋਈ ਪੁੱਛੇਗਾ ਤੇ ਅਸੀਂ ਕਹਾਂਗੇ ਭਾਈ ਸਰਜੀਤ ਸਿੰਘ ਨੇ ਕਿਹਾ ਸੀ। ਇਦਾਂ ਹੀ ਹੈ ਨਾ? ਨਹੀਂ, ਉਹਦਾ ਵੀ ਇਹੀ ਸੀ ਮਨ ਵੀ ਕੋਈ ਨਹੀਂ, ਹੁਣ ਇਹਨੇ ਕਹਿਤਾ ਪੈਲਸੇ ਜਾਓ, ਤੇ ਆਪਾਂ ਨੂੰ ਜੇ ਕਿਤੇ ਕਿਤੇ ਪੁੱਛੇਗਾ ਵੀ ਗੁਰੂ ਤੇ ਆਪਾਂ ਕਹਾਂਗੇ ਭਾਈ ਸਰਜੀਤ ਸਿੰਘ ਨੇ ਕਿਹਾ ਸੀ ਸਾਨੂੰ ਚੱਲ ਜਾਇਆ ਕਰੋ, ਬੜੇ ਲੈਕਚਰ ਕਰਦਾ, ਬੜਾ ਬੋਲਦਾ। ਬੋਲੋ ਵਾਹਿਗੁਰੂ। ਤੇ ਮੈਂ ਕਿਹਾ ਭਾਈ ਖੁਸ਼ ਨਾ ਹੋ, ਅਗਲੀ ਗੱਲ ਵੀ ਸੁਣ ਲੈਣਾ, ਪੂਰਾ ਸਵਾਲ ਦਾ ਉੱਤਰ ਸੁਣਨਾ। ਜੇ ਜਾਣਾ ਹੀ ਤੇ ਇੱਕ ਸ੍ਰੀ ਸਾਹਿਬ ਲੈ ਜੀ ਵੱਡੀ 3.5 ਫੁੱਟ ਦੀ। ਕਹਿੰਦਾ ਉਹ ਕੀ ਕਰਨੀ ਹੈ? ਮੱਸੇ ਰੰਗੜ ਬੜੇ ਆਏ ਹੋਣੇ ਨੇ, ਉਹਨਾਂ ਦਾ ਸਿਰ ਵੱਢਣਾ ਪੈਣਾ। ਹੱਸੋ ਨਾ, ਚਿੱਥੋ ਗੱਲ ਨੂੰ। ਮੱਸੇ ਰੰਗੜ ਦਾ ਕੀ ਕਸੂਰ ਸੀ? ਉਹਨੇ ਗੁਰੂ ਗ੍ਰੰਥ ਸਾਹਿਬ ਨੂੰ ਹਟਾ ਦਿੱਤਾ ਤੇ ਉੱਥੇ ਸ਼ਰਾਬ ਕਬਾਬ ਤੇ ਨਾਰੀ ਨਾਚ ਕਰਾਉਣ ਲੱਗ ਗਿਆ। ਇਹੀ ਕਸੂਰ ਸੀ? ਸਿੰਘਾਂ ਨੇ ਉਹਦਾ ਸਿਰ ਵੱਢ ਦਿੱਤਾ ਹੈ, ਇਹੀ ਸੀ ਨਾ? ਤੇ ਸਾਡਾ ਕੀ ਕਸੂਰ ਹੈ? ਅਸੀਂ ਵੀ ਤੇ ਆਪਣੇ ਘਰ ਖੰਡ ਪਾਠ ਕਰਾਇਆ ਤੇ ਗੁਰੂ ਗ੍ਰੰਥ ਸਾਹਿਬ ਉੱਥੇ ਛੱਡੇ ਆਏ ਆ, ਤੇ ਸਾਰਾ ਟੱਬਰ ਪੈਲੇਸ ਵਿੱਚ ਕੀ ਕਰਦੇ ਪਏ? ਕਿਹੜਾ ਕੰਮ ਕਰਦੇ ਪਏ? ਮੱਸੇ ਰੰਗੜ ਵਾਲਾ ਹੀ ਨਾ। ਤੇ ਮੈਂ ਗਲਤ ਥੋੜਾ ਉਹਨੂੰ ਕਿਹਾ ਵੀ ਤੂੰ ਸ੍ਰੀ ਸਾਹਿਬ ਲਿਆਈ, ਇੱਥੇ ਮੱਸੇ ਰੰਗੜ ਬੜੇ ਆਉਣੇ ਨੇ, ਵੱਢਣੇ ਪੈਣੇ ਨੇ। ਸਮਾਤੀ ਹਾਂਜੀ, ਵੱਢੀਏ ਨਾ ਮੱਸੇ ਰੰਗੜ ਨੂੰ? ਕਹਿੰਦਾ ਵਿੱਚੇ ਛੱਡ ਦੋ, ਹੁਣ ਤੇ ਵੱਢ ਕੇ ਹੀ ਛੱਡਾਂਗੇ, ਉਹਦਾ ਨਹੀਂ ਛੱਡਦੇ ਹੁਣ। ਬੋਲੋ ਵਾਹਿਗੁਰੂ। ਮੈਂ ਜੈਪੁਰ ਗਿਆ ਸੀ ਤੇ ਕਹਿੰਦੇ ਹੈ ਤੁਹਾਨੂੰ ਡਰ ਨਹੀਂ ਲੱਗਦਾ ਬੋਲਣ ਤੋਂ? ਉਹ ਮੈਂ ਕਿਹਾ ਡਰ ਕਿੱਥੋਂ ਆ ਗਿਆ? ਨਿਰਭਉ ਸੰਗ ਤੁਮਾਰੇ ਬਸਤਾ ਹੈ, ਡਰਨ ਕਹਾਂ ਤੇ ਆਇਆ? ਉਹ ਨਿਰਭਉ ਵਾਹਿਗੁਰੂ ਜੀ ਦੇ ਨਾਲ ਵਸਦਾ, ਉਹਦੇ ਕੋਲ ਡਰ ਕਿੱਥੋਂ ਆ ਗਿਆ? ਇਹ ਡਰਨ ਕਹਾਂ ਤੇ ਆਇਆ? ਕਿੱਥੋਂ ਆ ਗਿਆ ਤੁਹਾਡੀ ਚਮੜੀ 'ਚ ਡਰ? ਕਿੱਥੋਂ ਆ ਗਿਆ ਸਿੱਖਾਂ ਕੋਲ ਡਰ? ਤੁਹਾਨੂੰ ਤਾਂ ਪਹਿਲਾਂ ਹੀ ਮੌਤ ਤੋਂ ਉਹਨੇ ਮੁਕਤ ਕਰ ਦਿੱਤਾ ਸੀ। ਕਹਿੰਦਾ ਆ ਪਹਿਲਾਂ ਮੇਰੇ ਕੋਲ, ਪਹਿਲਾਂ ਮਰਨ ਕਬੂਲ। ਫਿਰ ਡਰ ਕਿੱਥੋਂ ਆਇਆ? ਤੁਸੀਂ ਮਰਨ ਕਬੂਲ ਹੀ ਨਹੀਂ ਕੀਤਾ। ਮਰਨ ਅਸੀਂ ਕਬੂਲ ਹੀ ਨਹੀਂ ਕੀਤਾ, ਨਹੀਂ ਤੇ ਡਰ ਕਿੱਥੇ? ਸਿੱਖ ਕਿੱਥੇ ਡਰਦਾ? ਗੁਰ ਮੇਰੇ ਸੰਗ। ਅਰੇ ਫਟਾਫਟ ਕਿਹੜੇ ਰੂਪ ਵਿੱਚ ਦੱਸੋ ਮੈਨੂੰ ਹੁਣ ਜਰਾ। ਅੰਦਰ ਹੈ ਨਾ, ਦੱਸਣਾ ਕਿੱਦਾਂ ਅੰਦਰ? ਉਹ ਕੱਲ ਭਾਈ ਸਾਹਿਬ ਕਹਿੰਦੇ ਸੀ ਅੰਦਰੋਂ ਬਾਹਰ ਕਦੋਂ ਆਉਣਾ? ਰਾਤੀ ਕਿਹਾ ਸੀ ਨਾ ਉਹਨਾਂ ਬਾਹਰ ਕਦੋਂ ਆਉਣਾ? ਫਿਰ ਅੰਦਰ ਬਾਹਰ ਵੀ ਤਾਂ ਪਤਾ ਲੱਗਣਾ ਚਾਹੀਦਾ। ਬਾਹਰੋਂ ਤਾਂ ਅਸੀਂ ਡਰਦੇ ਫਿਰਦੇ ਹਾਂ, ਮਰਨ ਤੋਂ ਡਰਦੇ ਫਿਰਦੇ ਹਾਂ। ਸਿੱਖ ਕੀ ਤੇ ਡਰ ਕੀ? ਸਿੱਖ ਕੀ ਤੇ ਮੌਤ ਕੀ? ਸਿੱਖੀ ਤੇ ਮਿਲਦੀ ਮੌਤ ਤੋਂ ਬਾਅਦ।
ਤਾਂ ਆਪਣੇ ਆਪ ਨੂੰ ਆਪਾਂ ਸੰਵਾਰੀਏ। ਇੱਥੇ ਇਸੇ ਕਰਕੇ ਤੁਹਾਨੂੰ ਬੁਲਾਇਆ। ਕੋਈ ਇਹ ਨਹੀਂ ਵੀ ਅਸੀਂ ਤੁਹਾਨੂੰ ਆਪਣੇ ਲੈਕਚਰ ਸੁਣਾਉਣੇ ਨੇ ਤਾਂ ਤੁਹਾਨੂੰ ਬਸ ਸਾਨੂੰ ਕਿਤੇ ਬਾਹਰ ਸੁਣਾਉਣ ਨੂੰ ਥਾਂ ਨਹੀਂ ਮਿਲਦਾ ਤੇ ਤੁਹਾਨੂੰ ਇੱਥੇ ਇਕੱਠੇ ਕਰ ਲਿਆ ਵੀ। ਤੁਹਾਨੂੰ ਪ੍ਰਚਾਰਕ ਬਣਾਉਣਾ ਹੈ, ਤੁਹਾਡੇ ਅੰਦਰ ਇੱਕ ਸਪਿਰਿਟ ਪੈਦਾ ਕਰਨੀ ਹੈ। ਮੈਂ ਗੁਰੂ ਦਾ ਸਿੱਖ ਹਾਂ ਤੇ ਮੇਰਾ ਵੀ ਧਰਮ ਆ, ਮੈਂ ਆਪਣੇ ਪਰਿਵਾਰ ਨੂੰ, ਆਪਣੇ ਗੁਆਂਢੀਆਂ ਨੂੰ, ਆਪਣੇ ਪਿੰਡ ਵਾਸੀਆਂ ਨੂੰ, ਆਪਣੇ ਨਗਰ ਵਾਸੀਆਂ ਨੂੰ, ਉਹਨਾਂ ਨੂੰ ਮੈਂ ਪ੍ਰੇਰਨਾ ਕਰਾਂ। ਪਹਿਲਾਂ ਮੈਂ ਆਪ ਸੁਖੀ ਹੋਵਾਂ, ਫਿਰ ਮੈਂ ਸੰਸਾਰ ਨੂੰ ਸੁਖੀ ਕਰਾਂ। ਜਦ ਤੱਕ ਦੁਨੀਆ ਦਾ ਇੱਕ ਵੀ ਬੰਦਾ, ਸੁਣ ਲਿਓ ਮੇਰੀ ਗੱਲ, ਜਦ ਤੱਕ ਦੁਨੀਆ ਦਾ ਆਖਰੀ ਬੰਦਾ ਸਿੱਖ ਬਣ ਤੂੰ ਰਹਿ ਗਿਆ, ਤੁਹਾਡੀ ਡਿਊਟੀ ਪੂਰੀ ਨਹੀਂ ਜੇ ਹੋਈ। ਆਪ ਜਪਿਆ ਵਰਾ, ਫਿਰ ਤੁਹਾਡੀ ਡਿਊਟੀ ਹੈਗੀ ਹੈ ਨਾ ਕੋਈ। ਤੇ ਇੱਥੇ ਤੇ ਅਜੇ ਸਿੱਖ ਜਗਤ ਹੀ ਰਹਿੰਦਾ, ਨਗੁਰਾ ਤੁਰਿਆ ਫਿਰਦਾ। 95% ਸਿੱਖ ਨਗੁਰੇ ਤੁਰੇ ਫਿਰਦੇ ਨੇ। ਅਜੇ ਇਹਨਾਂ ਨੂੰ ਸੱਚਖੰਡ ਲੈ ਜਾਓ ਜੀ, ਇਹਨਾਂ ਨੂੰ ਚਰਨਾਂ 'ਚ ਨਿਵਾਸ ਬਖਸ਼ੋ ਜੀ। ਮੈਂ ਕਿਹਾ ਕਿਹਨੂੰ ਬਖਸ਼ੀਏ? ਉਹਨੂੰ ਤਾਂ 4 ਮਣ ਲੱਕੜਾ ਪਾ ਕੇ ਸਾੜ ਆਏ ਹੋ। ਜਦੋਂ ਚਰਨਾਂ 'ਚ ਨਿਵਾਸ ਲੈਣਾ ਸੀ ਉਦੋਂ ਤੇ ਠੇਕਿਆਂ 'ਚ ਘੁੰਮਦਾ ਫਿਰਦਾ ਸੀ। ਜਦੋਂ ਤਿਆਰੀ ਕਰਨੀ ਸੀ ਚਰਨਾਂ 'ਚ ਨਿਵਾਸ ਦੀ, ਉਦੋਂ ਤਾਂ ਝੂਠ, ਫਰੇਬ, ਨਿੰਦਾ, ਚੁਗਲੀ, ਪਤਾ ਨਹੀਂ ਕੀ ਕਰਦਾ ਫਿਰਦਾ ਸੀ, ਠੱਗੀਆਂ ਮਾਰਦਾ ਫਿਰਦਾ ਸੀ। ਦੇਖਿਆ ਹੀ ਨਹੀਂ ਤੁਸੀਂ ਅਨੰਦਪੁਰ ਉੱਥੇ ਮੈਂ ਗਿਆ ਸੀ ਸੁਲਤਾਨਪੁਰ ਸਾਹਿਬ, ਗੁਰੂ ਨਾਨਕ ਸਾਹਿਬ ਦਾ 550 ਸਾਲਾ ਮਨਾਇਆ ਨਾ ਹੁਣ। ਹਾਂਜੀ ਗਏ ਸੀ? ਨਹੀਂ ਗਏ, ਥੋੜ੍ਹੇ ਗਏ। ਮੈਂ ਵੀ ਗਿਆ। ਮੈਂ ਲੱਭਦਾ ਫਿਰ, ਹਾਂ ਬਾਬਾ ਧੰਨ ਗੁਰੂ ਨਾਨਕ ਸਾਹਿਬ ਕਿੱਥੇ ਹੈ ਤੂੰ? ਉੱਥੇ ਹੈ ਹੀ ਨਹੀਂ ਸੀ, ਸੁਲਤਾਨਪੁਰ ਹੈ ਹੀ ਨਾ। ਉਹ ਮੇਨ ਸਟੇਜ ਵੱਲ ਵੀ ਗਿਆ, ਸਾਰੇ ਪਾਸੇ ਮੈਂ ਚੱਕਰ ਮਾਰੇ, ਕਿਧਰੇ ਨਹੀਂ ਮੈਨੂੰ ਦੱਸਿਆ ਉਹ। ਮੈਂ ਕਿਹਾ ਬਾਬਾ ਤੂੰ ਕਿੱਥੇ ਆ? ਮੈਂ ਰੋ ਪਿਆ, ਤੂੰ ਦਿਸਦਾ ਨਹੀਂ, ਕਿੱਥੇ ਆ? ਕਹਿੰਦਾ ਆ ਜਾ, ਮੈਂ ਭਾਈ ਲਾਲੋ ਦੇ ਘਰ ਆ। ਇੱਥੇ ਤਾਂ ਚਵਲ ਲੜਦੇ ਨੇ ਪੈ ਸਟੇਜਾਂ ਤੇ ਬਹਿਣ। ਤੂੰ ਕਿਹੜੀ ਵੱਡੀ ਚਵਲ ਹੈ ਉਹਨੇ ਸਟੇਜ ਤੇ ਬਹਿਣਾ? ਕਿਹੜਾ ਵੱਡਾ ਪਾਪੀ ਉਹਨੇ ਸਟੇਜ ਤੇ ਬਹਿਣਾ? ਸਿੱਖ ਤਾਂ ਕੋਈ ਲੱਭਿਆ ਹੀ ਨਹੀਂ। ਅਰੇ ਦੋਸਤੋ, ਸਟੇਜ ਤੇ ਤਾਂ ਪਹਿਲਾਂ ਬੈਠਾ ਹੈ ਗੁਰੂ ਗ੍ਰੰਥ ਸਾਹਿਬ, ਹੋਰ ਕਿੰਨੇ ਬਹਿਣਾ ਹੁਣ? ਨਹੀਂ ਸਮਝ ਲੱਗੀ? ਪਰ ਆਪਾਂ ਵੀ ਤੇ ਨਹੀਂ ਜਾਗਦੇ ਨਾ, ਆਪਾਂ ਵੀ ਸੁੱਤੇ ਆ ਨਾ, ਆਪਾਂ ਵੀ ਤਾਂ ਖੜੇ ਹੋ ਕੇ ਨਹੀਂ ਕਹਿੰਦੇ ਨਾ ਵੀ ਤੁਸੀਂ ਕੌਣ ਹੁੰਦੇ ਇਹੋ ਜਿਹੇ ਪਾਪੀ ਆ ਕੇ ਸਾਡੇ ਗੁਰੂ ਦੇ ਸਾਹਮਣੇ ਲੜਨ ਵਾਲੇ ਸਟੇਜਾਂ ਤੇ। ਲੱਖਾਂ ਰੁਪਈਆ ਤੁਸੀਂ ਸਟੇਜਾਂ ਤੇ ਲਾਤਾ, ਤੁਹਾਨੂੰ ਇੱਕ ਸਿੱਖ ਨਹੀਂ ਲੱਭਿਆ ਜਗਦੀ ਜੋਤ ਵਾਲਾ, ਜਿਹਦੀ ਜੋਤ ਜਗਦੀ ਹੋਵੇ ਤੁਹਾਨੂੰ ਲਿਆ ਕੇ ਗੁਰੂ ਸਾਹਿਬ ਦੀ ਤਾਬਿਆ ਸਜਾ ਦਈਏ ਤੇ ਕਹੀਏ ਆਏ ਖਾਲਸਾ, ਕਰੋ ਇਹਦੇ ਦਰਸ਼ਨ। ਉਸ ਕੇ ਮੂੰਹ ਡਿੱਠੇ ਸਭ ਪਾਪੀ ਤਰਿਆ। ਮੋਦੀ ਦਾ ਮੂੰਹ ਦੇਖ ਕੇ ਪਾਪੀ ਤਰ ਜਾਣਗੇ, ਬਾਦਲ ਦਾ ਮੂੰਹ ਦੇਖ ਕੇ ਪਾਪੀ ਤਰ ਜਾਣਗੇ, ਅਮਰਿੰਦਰ ਸਿੰਘ ਦਾ ਕਾਲਾ ਮੂੰਹ ਵੇਖ ਕੇ ਪਾਪੀ ਤਰ ਜਾਣਗੇ। ਤਾਂ ਤੁਹਾਨੂੰ ਇੱਥੇ ਲਿਆਂਦਾ, ਇਕੱਠੇ ਕੀਤੇ। ਆਪਣਾ ਵਿਰਸਾ ਸੰਭਾਲੋ, ਤੁਹਾਡਾ ਬੜਾ ਅਮੀਰ ਵਿਰਸਾ ਹੈ। ਤੁਸੀਂ ਉਸ ਮਾਲਕ ਹੋ, ਤੁਸੀਂ ਉਸ ਖਜ਼ਾਨੇ ਦੇ ਜਿਹੜਾ ਟੋਟ ਨਾ ਆਵੇ ਵੱਧ ਹੋ ਜਾਏ। ਮਾਲਕ ਬਣਨਾ ਉਸ ਖਜ਼ਾਨੇ ਦੇ, ਭਿਖਾਰੀ ਨਹੀਂ ਬਣਨਾ। ਅਸੀਂ ਪਾਤਸ਼ਾਹ ਦੇ ਪੁੱਤਰ ਹਾਂ ਤੇ ਸੱਚੇ ਪਾਤਸ਼ਾਹ ਦੇ ਪੁੱਤਰ ਘੱਟ ਤੋਂ ਘੱਟ ਪਾਤਸ਼ਾਹ ਹੀ ਹੁੰਦੇ ਨੇ। ਯਾਦ ਕਰੋ ਆਪਣੇ ਆਪ ਨੂੰ। ਤੁਹਾਡਾ ਗੁਰੂ ਤੁਹਾਨੂੰ ਪਹਿਲਾਂ ਹੀ ਲਿਖ ਕੇ ਦੇ ਗਿਆ ਸੀ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਸਾਵਧਾਨ ਹੋ ਕੇ ਹੁਣ ਅਗਲਾ ਲੈਕਚਰ ਵੀ ਸੁਣਨਾ ਹੈ। 2 ਹੀ ਦਿਨ ਨੇ, ਕੱਲ੍ਹ ਦਾ ਹੀ ਦੇਣੇ ਆ, ਪਰਸੋਂ ਤੇ ਫਿਰ ਜਾਣ ਦੀ ਤਿਆਰੀ ਹੈ। ਤੇ ਕੁਛ ਪੱਲੇ ਪੈ ਜਾਏ, ਕੁਛ ਅਸੀਂ ਬਦਲ ਜਾਈਏ, ਕੁਛ ਅਸੀਂ ਗੁਰੂ ਦੇ ਲਾਗੇ ਹੋ ਜਾਈਏ, ਫਿਰ ਅਸੀਂ ਅੱਗੇ ਆਪਣੇ ਸੰਸਾਰ ਨੂੰ ਵੀ ਗੁਰੂ ਦੇ ਲਾਗੇ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।